ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਪਿਆਰ ਦੀ ਦੁਨੀਆ ਅੰਕ 65। 9 ਵਜੇ ਤੋਂ 5-4 ਮਿੰਟ ਅਗੇਤਰਾ ਹੀ ਸੁੰਦਰਦਾਸ ਨਿਯਮਿਤ ਥਾਂ ਤੇ ਪਹੁੰਚ ਗਿਆ ਤੇ ਕੋਠੀਆਂ ਦੇ ਨੰਬਰ ਵੇਖਦਾ ਹੋਇਆ 355 ਨੰਬਰ ਦੀ ਕੋਠੀ ਅੱਗੇ ਜਾ ਰੁਕਿਆ। ਕੋਠੀ ਦੇ ਪਿਛਲੇ ਪਾਸੇ ਵਾਲਾ ਛੋਟਾ ਜਿਹਾ ਬੂਹਾ ਖੁੱਲਾ ਸੀ। ਉਹ ਅੰਦਰ ਲੰਘ ਗਿਆ। ਅੰਦਰ ਵੜਦਿਆਂ ਹੀ ਇੱਕ ਹੈਟ ਵਾਲੇ ਜੈਂਟਲਮੈਨ ਨੇ ਉਹਨੂੰ ਝੁਕ ਕੇ ਨਮਸਕਾਰ ਕੀਤੀ ਤੇ ਫਿਰ ਚੁੱਪ-ਚੁਪਾਤਾ ਉਹਨੂੰ ਆਪਣੇ ਵੱਲ ਲੈ ਤੁਰਿਆ। ਉੱਪਰਲੀ ਛੱਤੇ ਜਾ ਕੇ ਗੱਭਰੂ ਨੇ ਸੁੰਦਰਦਾਸ ਨੂੰ ਉਂਗਲ ਦੇ ਇਸ਼ਾਰੇ ਨਾਲ ਇੱਕ ਕਮਰਾ ਦਿਖਾਇਆ ਤੇ ਆਪ ਉਹ ਪਿਛਾਂਹ ਮੁੜ ਗਿਆ। ਬੂਹਾ ਖੁੱਲਾ ਸੀ ਤੇ ਅੰਦਰ ਕੋਈ ਆਦਮੀ ਨਹੀਂ ਸੀ। ਉਹ ਅੰਦਰ ਲੰਘ ਗਿਆ। ਮੇਜ਼ ਉੱਤੇ ਲਿਖਣ ਦਾ ਸਮਾਨ ਪਿਆ ਸੀ ਤੇ ਉਸਦੇ ਦੋਹੀਂ ਪਾਸੇ 2 ਕੁਰਸੀਆਂ ਸਨ। ਇਸੇ ਮੇਜ਼ ਦੇ ਖੱਬੇ ਹੱਥ ਇੱਕ ਬੁੱਕ ਸ਼ੈਲਫ ਸੀ। ਲਾਲਾ ਹਰਦਿਆਲ ਦੀ ਸੁਨਹਿਰੀ ਫਰੇਮ ਵਿੱਚ ਜੜੀ ਹੋਈ ਤਸਵੀਰ ਲੱਗੀ ਹੋਈ ਸੀ। ਮੇਜ਼ ਉੱਤੇ ਅੱਜ ਦੇ ਕੁਝ ਅਖਬਾਰ ਤੇ ਇਸ ਮਹੀਨੇ ਦੇ ਕਈ ਰਸਾਲੇ ਪਏ ਸਨ। ਸੁੰਦਰਦਾਸ ਇੱਕ ਕੁਰਸੀ ਤੇ ਬੈਠ ਗਿਆ ਤੇ ਇੱਕ ਪਰਚਾ ਲੈ ਕੇ ਪੜ੍ਹਨ ਲੱਗਾ, ਪਰ ਉਸ ਦਾ ਧਿਆਨ ਪੜ੍ਹਨ ਵਿੱਚ ਨਹੀਂ ਸੀ। ਉਸਦੇ ਕੰਨ ਬਰਾਬਰ ਕਿਸੇ ਦੇ ਪੈਰਾਂ ਦੀ ਥਿੜਕ ਸੁਣਨ ਲਈ ਉਤਾਵਲੇ ਹੋ ਰਹੇ ਸਨ। ਉਸਨੂੰ ਬਹੁਤ ਉਡੀਕ ਨਾ ਕਰਨੀ ਪਈ। ਉਸਦੇ ਕੰਨਾਂ ਨੂੰ ਕੁਝ ਸੁਣਾਈ ਦਿੱਤਾ ਤੇ ਦੂਜੇ ਹੀ ਪਲ ਉਸਨੇ ਕਿਸੇ ਨੂੰ ਅੰਦਰ ਆਉਂਦਿਆਂ ਡਿੱਠਾ। ਉਸਦੀਆਂ ਅੱਖਾਂ ਚੁੰਧਿਆਉਣ ਵਾਲਾ ਸੀ। ਉਸਨੇ ਅੱਜ ਕਾਲੇ ਦੇ ਥਾਂ ਮੋਤੀਆ ਰੰਗ ਦਾ ਰੇਸ਼ਮੀ ਗਾਊਨ ਪਹਿਨਿਆ ਹੋਇਆ ਸੀ, ਜਿਹੜਾ ਉਸਦੇ ਮੋਢਿਆਂ ਤੋਂ ਲੈ ਕੇ ਪਿੰਨੀਆਂ ਤੱਕ ਸੀ। ਉਸਦੀ ਗਰਦਨ ਨੰਗੀ ਸੀ। ਗਾਊਨ ਦਾ ਕੱਪੜਾ ਇਤਨਾ ਮੁਲਾਇਮ ਤੇ ਲਚਕਦਾਰ ਸੀ ਕਿ ਭਾਰਤ ਪੁੱਤਰੀ ਦੇ ਸਰੀਰ ਉੱਤੇ ਉਸਦਾ ਉੱਡਣਾ ਤੇ ਹਿਲਣਾ ਬੜਾ ਹੀ ਸੋਹਣਾ ਲੱਗਦਾ ਸੀ। ਕੱਪੜੇ ਵਿੱਚ ਜਿੱਥੇ ਵੱਟ ਪੈਂਦੇ, ਉਸ ਥਾਂ ਦਾ ਰੰਗ ਕੁਝ ਗੂੜਾ ਹੋ ਕੇ ਵੱਖਰਾ ਜਿਹਾ ਜਾਪਣ ਲੱਗਦਾ। ਉਸਦੇ ਪੈਰ ਜਰਾਬਾਂ ਤੋਂ ਬਿਨਾਂ ਸਨ, ਜਿਨ੍ਹਾਂ ਵਿੱਚ ਸੁਬਕ ਜਿਹੇ ਹਰੇ ਰੰਗ ਦੇ ਸਲੀਪਰ ਸਨ। ਚਿਹਰੇ ਉੱਤੇ ਉਸਨੇ ਰੇਸ਼ਮੀ ਨਕਾਬ ਪਹਿਨਿਆ ਹੋਇਆ ਸੀ। ਇਸ ਕਾਲੇ ਨਕਾਬ ਵਿੱਚੋਂ ਉਸਦੀ ਗੋਰੀ ਸੁਡੋਲ ਤੇ ਤਿੱਖੀ ਠੋਡੀ ਬਾਹਰ ਤੇ ਮੱਥੇ ਦਾ ਕੁਝ ਹਿੱਸਾ ਨੰਗਾ। ਸਿਰ ਉੱਤੇ ਉਸਨੇ ਮਹੀਨ ਵੈਲ ਦਾ ਦੁਪੱਟਾ ਲਿਆ ਸੀ। ਉਸਦੀਆਂ ਬਾਹਾਂ ਗਾਊਨ ਹੇਠ ਹਿਲਦੀਆਂ ਕੁਝ ਅਨੋਖਾ ਹੀ ਰੰਗ ਬੰਨ ਰਹੀਆਂ ਸਨ। ਸੁੰਦਰਦਾਸ ਉੱਠ ਕੇ ਖੜਾ ਹੋ ਗਿਆ ਤੇ ਉਸਦੇ ਦਿਲ ਉੱਤੇ ਇਸ ਸੁੰਦਰਤਾ ਦੀ ਮੁਜੱਸਮ ਮੂਰਤ ਦਾ ਇਤਨਾ ਰੋਹਬ ਪਿਆ ਕਿ ਸਵਾਗਤ ਲਈ ਉਸਦੇ ਮੂੰਹੋਂ ਕੁਝ ਵੀ ਨਾ ਨਿਕਲ ਸਕਿਆ। ਤੁਸੀਂ ਐਨ ਵਕਤ ਸਿਰ ਆਏ ਸ਼੍ਰੀਮਾਨ, ਕਹਿੰਦੀ ਹੋਈ ਭਾਰਤ ਪੁੱਤਰੀ ਕਮਰੇ ਵਿੱਚ ਦਾਖਲ ਹੋਈ ਤੇ ਉਸਨੇ ਆਪਣਾ ਗੋਰਾ ਤੇ ਕੋਮਲ ਹੱਥ ਸੁੰਦਰਦਾਸ ਵੱਲ ਵਧਾਇਆ। ਸੁੰਦਰਦਾਸ ਨੇ ਅੰਗਰੇਜ਼ੀ ਢੰਗ ਨਾਲ ਸ਼ੇਕ ਹੈਂਡ ਦੇ ਤੌਰ ਤੇ ਉਸਦੇ ਹੱਥ ਨੂੰ ਅਦਬ ਤੇ ਕੋਮਲਤਾ ਨਾਲ ਫੜਿਆ ਤੇ ਹੱਸ ਕੇ ਬੋਲਿਆ, ਮੈਂ ਆਪ ਦੇ ਹੁਕਮ ਦੀ ਨਾਫਰਮਾਨੀ ਕਿਵੇਂ ਕਰ ਸਕਦਾ ਸਾਂ? ਸ਼ੁਕਰੀਆ, ਕਹਿ ਕੇ ਭਾਰਤ ਪੁੱਤਰੀ ਦੂਸਰੀ ਕੁਰਸੀ ਤੇ ਬੈਠ ਗਈ। ਸੁੰਦਰਦਾਸ ਵੀ। ਸੁੰਦਰਦਾਸ ਨੇ ਵੇਖਿਆ ਦੋਵੇਂ ਵਾਰੀ ਬੋਲਦਿਆਂ ਭਾਰਤ ਪੁੱਤਰੀ ਦੇ ਮੱਥੇ ਉੱਤੇ ਅਜਬ ਤਰ੍ਹਾਂ ਦਾ ਖੇੜਾ ਤੇ ਠੋਡੀ ਉੱਤੇ ਮਣਮੋਹਣੀ ਜਿਹੀ ਕਸਾਵਟ ਆ ਗਈ ਸੀ, ਜਿਹੜਾ ਉਸ ਨਕਾਬ ਹੇਠ ਢੱਕੇ ਹੋਏ ਚਿਹਰੇ ਦੇ ਹੱਸਣ ਦਾ ਪ੍ਰਮਾਣ ਸੀ। ਭਾਰਤ ਪੁੱਤਰੀ ਬੈਠਦੀ ਹੀ ਬੋਲੀ, ਤੁਹਾਨੂੰ ਇੱਥੇ ਮੇਰੀ ਉਡੀਕ ਵਿੱਚ ਕੋਈ ਤਕਲੀਫ ਤਾਂ ਨਹੀਂ ਹੋਈ? ਮੈਂ ਇੱਕ ਜ਼ਰੂਰੀ ਕੰਮ ਵਿੱਚ ਫਸੀ ਹੋਈ ਸਾਂ, ਨਹੀਂ ਤਾਂ ਤੁਹਾਡੇ ਸਵਾਗਤ ਲਈ ਮੈਂ ਖੁਦ ਹਾਜ਼ਰ ਰਹਿੰਦੀ। ਉਸਦੇ ਬੋਲਣ ਢੰਗ ਵਿੱਚ ਇੰਨੀ ਮਿਠਾਸ ਦੇ ਨਾਲ ਹੀ ਸ਼ਾਹੀ ਰੋਹਬ ਜਿਹਾ ਸੀ ਕਿ ਸ਼ੁਰੂ ਵਿੱਚ ਸੁੰਦਰਦਾਸ ਨੂੰ ਜਵਾਬ ਦੇਣ ਲਈ ਕਾਫੀ ਸੋਚਣਾ ਪਿਆ। ਉਹ ਬੋਲਿਆ, ਇਸ ਸਵਰਗ ਧਾਮ ਵਿੱਚ ਬੈਠਣ ਨਾਲ ਵੀ ਜੇ ਕਿਸੇ ਨੂੰ ਤਕਲੀਫ ਹੋ ਸਕਦੀ ਹੈ ਤਾਂ ਕੌਣ ਹੈ ਜਿਹੜਾ ਇਸ ਤਕਲੀਫ ਨੂੰ ਬਰਦਾਸ਼ਤ ਨਹੀਂ ਕਰੇਗਾ? ਹੱਸਦੀ ਹੋਈ ਉਹ ਬੋਲੀ, ਕੀ ਕਿਹਾ? ਸਵਰਗ ਧਾਮ? ਤਾਂ ਫਿਰ ਮੈਨੂੰ ਇਹ ਕਹਿਣ ਦੀ ਆਗਿਆ ਦਿਓ ਕਿ ਤੁਸੀਂ ਸ਼ਾਇਦ ਇਸ ਸਵਰਗ ਨੂੰ ਉਜਾੜਨ ਦੀ ਜ਼ਿੰਮੇਵਾਰੀ ਲੈ ਕੇ ਦਿੱਲੀੋਂ ਆਏ ਹੋ। ਸੁੰਦਰਦਾਸ ਕੁਝ ਝੇਪ ਕੇ ਬੋਲਿਆ, ਨਹੀਂ ਦੇਵੀ ਜੀ, ਇਹ ਤੁਹਾਨੂੰ ਬਿਲਕੁਲ ਧੋਖਾ ਲੱਗਾ ਹੈ। ਤੁਸੀਂ ਆਪਣੀ ਚਿੱਠੀ ਵਿੱਚ ਵੀ ਮੈਨੂੰ ਇਹੋ ਗੱਲ ਰੜਕਾਈ ਸੀ, ਪਰ ਮੈਂ ਕਹਿੰਦਾ ਹਾਂ ਇਸ ਵਿੱਚ ਰਾਈ ਜਿੰਨੀ ਵੀ ਸੱਚਾਈ ਨਹੀਂ। ਮੈਂ ਤਾਂ ਸਿਰਫ ਸਰਦਾਰ ਪ੍ਰੀਤਮ ਸਿੰਘ ਹੋਰਾਂ ਨੂੰ ਮਿਲਣ ਗਿਲਣ ਲਈ ਆਇਆ ਸਾਂ। ਉਹ ਮੇਰੇ ਮਿੱਤਰ ਨੇ। ਖੈਰ, ਮੈਂ ਤੁਹਾਡਾ ਵਿਸ਼ਵਾਸ ਕਰਦੀ ਹਾਂ, ਪਰ ਫਿਰ ਵੀ ਇਤਨਾ ਹੋਰ ਪੁੱਛਣ ਦੀ ਗੁਸਤਾਖੀ ਮਾਫ ਕਰਨੀ ਕਿ ਕੀ ਤੁਸੀਂ ਉਹਨਾਂ ਦੇ ਸੱਦਣ ਤੇ ਨਹੀਂ ਆਏ? ਸੱਦਣ ਤੇ ਆਇਆ ਹਾਂ, ਪਰ ਇਸ ਵਿੱਚ ਉਹ ਗੱਲ ਨਹੀਂ ਜਿਸ ਦਾ ਤੁਹਾਨੂੰ ਸ਼ੱਕ ਹੈ। ਤਾਂ ਕਿ ਮੈਂ ਪੁੱਛ ਸਕਦੀ ਹਾਂ ਕਿ ਹੋਰ ਕੀ ਸਬਬ ਸੀ? ਜੇ ਮੇਰੇ ਦੱਸਣ ਨਾਲ ਤੁਹਾਡੀ ਤਸੱਲੀ ਹੋ ਸਕੇ ਤਾਂ ਮੇਰੀ ਖੁਸ਼ਕਿਸਮਤੀ ਹੋਵੇਗੀ। ਮੈਨੂੰ ਉਹਨਾਂ ਨੇ ਖਾਸ ਤੌਰ ਤੇ ਇੱਕ ਰਿਸ਼ਤੇ ਲਈ ਸੱਦਿਆ ਸੀ। ਖਾਸ ਤੌਰ ਤੇ ਰਿਸ਼ਤੇ ਲਈ? ਆਮ ਤੌਰ ਤੇ ਕਾਹਦੇ ਲਈ? ਇਸ ਕਿਸਮ ਦੀ ਬੇਸਿਰ ਪੈਰ ਛਾਨਬੀਨ ਜੇ ਇਸ ਵੇਲੇ ਸੁੰਦਰਦਾਸ ਉੱਤੇ ਕੋਈ ਹੋਰ ਕਰਦਾ ਤਾਂ ਕਾਲਾ ਪੈ ਜਾਂਦਾ, ਪਰ ਭਾਰਤ ਪੁੱਤਰੀ ਦਾ ਉਸ ਉੱਤੇ ਅਸਰ ਹੀ ਕੁਝ ਐਸਾ ਪੈ ਚੁੱਕਾ ਸੀ ਕਿ ਉਸਨੂੰ ਉਹਦੀ ਕਿਸੇ ਪੁੱਛ ਉੱਤੇ ਵੀ ਖਿਝ ਨਹੀਂ ਸੀ ਆ ਰਹੀ, ਸਗੋਂ ਉਹਨੂੰ ਖੁਸ਼ੀ ਹੀ ਹੋ ਰਹੀ ਸੀ। ਉਹ ਇਸੇ ਨੂੰ ਆਪਣੀ ਖੁਸ਼ਨਸੀਬੀ ਸਮਝ ਰਿਹਾ ਸੀ ਕਿ ਜਿਸ ਭਾਰਤ ਪੁੱਤਰੀ ਦੇ ਦਰਸ਼ਨ ਵੀ ਜੋ ਕਿਸੇ ਨੂੰ ਮੁਸ਼ਕਿਲ ਨਾਲ ਹੀ ਨਸੀਬ ਹੁੰਦੇ ਹੋਣਗੇ, ਉਹੀ ਅੱਜ ਉਸ ਨਾਲ ਗੱਲਾਂ ਕਰ ਰਹੀ ਹੈ ਤੇ ਲਾ ਤਕਲਫੀ ਨਾਲ ਸਕੇ ਸੰਬੰਧੀਆਂ ਵਾਂਗ। ਉਸਨੇ ਉੱਤਰ ਦਿੱਤਾ, ਆਮ ਤੌਰ ਤੇ ਮਿਲਣ ਲਈ। ਉਹ ਬੋਲੀ,
ਰਿਸ਼ਤੇ ਦਾ ਸ਼ਾਇਦ ਮਤਲਬ ਇਹ ਹੈ ਕਿ ਤੁਸੀਂ ਸਰਦਾਰ ਪ੍ਰੀਤਮ ਸਿੰਘ ਹੋਰਾਂ ਦਾ ਕਿਤੇ ਰਿਸ਼ਤਾ ਕਰਨਾ ਚਾਹੁੰਦੇ ਹੋ। ਜੇ ਮੈਂ ਭੁੱਲਦੀ ਨਹੀਂ ਤਾਂ ਉਹ ਹਜੇ ਤੱਕ ਕੁਆਰੇ ਨੇ। ਠੀਕ ਕੁਆਰੇ ਨੇ, ਪਰ ਸਾਡੀ ਇਹ ਮੁਲਾਕਾਤ ਉਹਨਾਂ ਦੇ ਰਿਸ਼ਤੇ ਤੋਂ ਛੁੱਟ ਕਿਸੇ ਹੋਰ ਦੇ ਰਿਸ਼ਤੇ ਲਈ ਵੀ ਸੀ। ਹੋਰ? ਜੀ ਹਾਂ, ਮੇਰੇ ਰਿਸ਼ਤੇ ਬਾਬਤ। ਤੁਹਾਡੇ ਰਿਸ਼ਤੇ ਬਾਬਤ? ਭਾਰਤ ਪੁੱਤਰੀ ਨੇ ਹੈਰਾਨੀ ਭਰੀ ਆਵਾਜ਼ ਵਿੱਚ ਪੁੱਛਿਆ। ਤਾਂ ਕਿ ਤੁਸੀਂ ਵੀ ਹਜੇ ਤੱਕ ਕੁਆਰੇ ਹੀ ਹੋ? ਕੁਝ ਇਸੇ ਤਰ੍ਹਾਂ ਹੀ ਸਮਝ ਲਓ ਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਲੋਕਾਂ ਨੇ ਵਿਆਹ ਨੂੰ ਬਾਈਕਾਟ ਕਰ ਦਿੱਤਾ ਹੋਇਆ ਹੈ। ਉਹ ਵੀ ਕੁਆਰੇ, ਤੁਸੀਂ ਵੀ ਕੁਆਰੇ, ਤੇ ਇਸ ਤੋਂ ਅੱਗੇ ਉਹ ਚੁੱਪ ਹੋ ਗਈ। ਭਾਰਤ ਪੁੱਤਰੀ ਦੀਆਂ ਇਸ ਤਰ੍ਹਾਂ ਦੀਆਂ ਨਿਚਿਕ ਤੇ ਰਸ ਭਰੀਆਂ ਗੱਲਾਂ ਦਾ ਸਿਲਸਿਲਾ ਜਿਉਂ-ਜਿਉਂ ਅਗਾਂਹ ਤੁਰਦਾ ਜਾਂਦਾ ਸੀ, ਸੁੰਦਰਦਾਸ ਮੁਗਧ ਹੁੰਦਾ ਜਾ ਰਿਹਾ ਸੀ। ਉਹ ਫਿਰ ਬੋਲੀ, ਤੇ ਤੁਹਾਡਾ ਰਿਸ਼ਤਾ ਸਰਦਾਰ ਪ੍ਰੀਤਮ ਸਿੰਘ ਹੋਰੀ ਹੀ ਕਿਤੇ ਕਰਵਾਉਣਾ ਚਾਹੁੰਦੇ ਨੇ? ਜੀ ਹਾਂ, ਕਰਵਾਉਣਾ ਨਹੀਂ, ਕਰਨਾ ਚਾਹੁੰਦੇ ਨੇ। ਕਿਸ ਨਾਲ? ਆਪਣੀ ਸਿਸਟਰ ਨਾਲ। ਉਹਨਾਂ ਦੀ ਕੋਈ ਸਿਸਟਰ ਵੀ ਹੈ? ਜੀ ਹਾਂ। ਕੀ ਨਾਂ ਹੈ ਉਸਦਾ? ਸ਼ਾਇਦ ਮੈਂ ਉਸਨੂੰ ਜਾਣਦੀ ਹੋਵਾਂ। ਮੈਂ ਵੀ ਤਾਂ ਇੱਥੇ ਹੀ ਜੰਮੀ ਪਲੀ ਹਾਂ। ਜਿਉਂ ਹੀ ਸੁੰਦਰਦਾਸ ਨੇ ਵੇਖਿਆ ਕਿ ਉਸਨੂੰ ਪੁਸ਼ਪਾ ਦਾ ਨਾਂ ਲੈਣਾ ਪੈਣਾ ਹੈ, ਜਿਹਦਾ ਖਿਆਲ ਕਰਨਾ ਵੀ ਇਸ ਵੇਲੇ ਉਸਨੂੰ ਦੋਜ਼ਖ ਦੀ ਅੱਗ ਨਾਲੋਂ ਵਧੇਕ ਸਾੜਦਾ ਸੀ, ਉਹ ਚੁੱਪ ਹੋ ਗਿਆ। ਉਹ ਫਿਰ ਪੁੱਛਣ ਲੱਗੀ, ਕੀ ਤੁਸੀਂ ਆਪਣੀ ਪ੍ਰੇਮਿਕਾ ਦਾ ਨਾਂ ਨਹੀਂ ਦੱਸਣਾ ਚਾਹੁੰਦੇ? ਸੁੰਦਰਦਾਸ ਇਸ ਉੱਤਰ ਵਿੱਚ ਕੋਈ ਬਹਾਨਾ ਘੜਨਾ ਚਾਹੁੰਦਾ ਸੀ, ਪਰ ਉਸਦੇ ਉੱਤੇ ਜਿਹੜਾ ਅਸਰ ਇਸ ਵੇਲੇ ਛਾਇਆ ਹੋਇਆ ਸੀ, ਉਸਨੇ ਝੂਠ ਬੋਲਣੋਂ ਉਸਦੀ ਜ਼ੁਬਾਨ ਰੋਕ ਦਿੱਤੀ। ਉਸਨੂੰ ਸੱਚ ਹੀ ਦੱਸਣਾ ਪਿਆ। ਵਾਕਈ ਉਹ ਮੇਰੀ ਪ੍ਰੇਮਿਕਾ ਸੀ। ਕਾਸ਼ ਉਹ ਪ੍ਰੇਮਿਕਾ ਹੀ ਰਹਿੰਦੀ। ਕੀ ਉਹ ਹੁਣ ਤੁਹਾਡੇ ਨਾਲ ਪ੍ਰੇਮ ਨਹੀਂ ਕਰਦੀ? ਜੀ ਨਹੀਂ। ਤੁਸੀਂ ਉਸਦੇ ਪ੍ਰੇਮ ਵਿੱਚ ਬਹੁਤ ਦੁਖੀ ਹੋ? ਕਦੇ ਪ੍ਰੇਮ ਵਿੱਚ, ਪਰ ਇਸ ਵੇਲੇ ਨਫ਼ਰਤ ਵਿੱਚ। ਖਿਮਾ ਕਰਨਾ, ਮੈਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਆਈ। ਉਸ ਦਾ ਮੇਰੇ ਨਾਲ ਬਹੁਤ ਗੂੜਾ ਪ੍ਰੇਮ ਸੀ, ਪਰ ਇਸ ਪਰ ਦਾ ਕਾਰਨ ਜੇ ਮੈਂ ਜਾਣਦਾ ਹੁੰਦਾ ਤਾਂ ਜ਼ਰੂਰ ਦੱਸ ਦਿੰਦਾ। ਤਾਂ ਹੋ ਸਕਦਾ ਹੈ ਉਸਦਾ ਝੁਕਾਅ ਕਿਸੇ ਹੋਰ ਪਾਸੇ ਹੋ ਗਿਆ ਹੋਵੇ। ਮੇਰਾ ਵੀ ਇਹੋ ਖਿਆਲ ਹੈ। ਉਸਦਾ ਨਾਂ? ਅੱਛਾ, ਜੇ ਤੁਹਾਡੇ ਦਿਲ ਨੂੰ ਤਕਲੀਫ ਹੁੰਦੀ ਹੈ ਤਾਂ ਜਾਣ ਦਿਓ, ਮੈਂ ਨਹੀਂ ਪੁੱਛਦੀ। ਮਾਲੂਮ ਹੁੰਦਾ ਹੈ ਤੁਸੀਂ ਉਸ ਲਈ ਬਹੁਤ ਬੇਤਾਬ ਹੋ। ਖਿਮਾ ਕਰਨਾ, ਜਦ ਜਾਣਦੇ ਹੋ ਕਿ ਉਹ ਇਤਨੀ ਬੇਵਫਾ ਹੈ ਤਾਂ ਉਸਦਾ ਖਿਆਲ ਹੀ ਕਿਉਂ ਨਹੀਂ ਛੱਡ ਦਿੰਦੇ? ਤੁਹਾਡੇ ਥਾਂ ਜੇ ਕਦੀ ਮੈਂ ਮਰਦ ਹੁੰਦੀ ਤਾਂ ਇਹੋ ਜਿਹੀ ਬੇਵਫਾ ਲੜਕੀ ਦਾ ਕਦੇ ਖਿਆਲ ਹੀ ਨਾ ਦਿਲ ਵਿੱਚ ਲਿਆਉਂਦੀ। ਨਾਲੇ ਇੱਕ ਗੱਲ ਹੋਰ, ਕੀ ਇੱਕ ਦੇਸ਼ ਭਗਤ ਲਈ ਵਿਆਹ ਦੀ ਪੰਜਾਲੀ ਗੱਲ ਪਵਾਉਣੀ ਜ਼ਰੂਰੀ ਹੈ? ਮੇਰੇ ਖਿਆਲ ਵਿੱਚ ਤਾਂ ਵਿਆਹ ਦਾ ਝੰਜਟ ਦੇਸ਼ ਭਗਤੀ ਦੇ ਰਸਤੇ ਵਿੱਚ ਇੱਕ ਭਾਰੀ ਰੁਕਾਵਟ ਹੈ। ਪਰ ਮੈਂ ਅਜਿਹਾ ਨਹੀਂ ਸਮਝਦਾ। ਮੇਰੇ ਖਿਆਲ ਵਿੱਚ ਵਿਆਹ ਤੋਂ ਬਿਨਾਂ ਆਦਮੀ ਪੂਰਨ ਨਹੀਂ ਹੋ ਸਕਦਾ, ਤੇ ਅਧੂਰੀ ਹਾਲਤ ਵਿੱਚ ਕਿਸੇ ਵੀ ਆਦਰਸ਼ ਤੇ ਪਹੁੰਚਣਾ ਮੁਸ਼ਕਿਲ ਹੈ। ਉਹ ਫਿਰ ਜ਼ੋਰ ਦੀ ਕਹਿਕਾ ਮਾਰ ਕੇ ਆਪਣੇ ਮੋਢੇ ਨਜ਼ਾਕਤ ਨਾਲ ਹਿਲਾਉਂਦੀ ਹੋਈ ਬੋਲੀ, ਸ਼੍ਰੀਮਾਨ ਜੀ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਿਸ ਆਦਮੀ ਦੇ ਗਲ ਨਾਲ ਇੱਕ ਜਨਾਨੀ ਬੰਨ੍ਹ ਦਿੱਤੀ ਜਾਵੇ, ਪੇਠ ਉੱਤੇ 2-4 ਬਾਲ ਬੱਚੇ ਲੱਦ ਦਿੱਤੇ ਜਾਣ ਤੇ ਦਿਲ ਉੱਤੇ ਉਸਦੀ ਪਰਵਰਿਸ਼ ਦਾ ਪਹਾੜ ਉਸਾਰ ਦਿੱਤਾ ਜਾਵੇ, ਕੀ ਉਹ ਇੰਨਾ ਬੋਝ ਲੈ ਕੇ ਦੇਸ਼ ਸੇਵਾ ਦੀ ਸਿਖਰ ਤੇ ਚੜ੍ਹ ਸਕੇਗਾ? ਸੁੰਦਰਦਾਸ ਜਰਾ ਸੁਸਤਾ ਕੇ ਬੋਲਿਆ, ਪਰ ਤੁਸਾਂ ਉਸ ਚੀਜ਼ ਦਾ ਸ਼ਾਇਦ ਧਿਆਨ ਹੀ ਨਹੀਂ ਕੀਤਾ ਜਿਹੜੀ ਇਸ ਬਾਰੇ ਬੋਝ ਨੂੰ ਨਾ ਕੇਵਲ ਹੌਲਾ ਕਰ ਦਿੰਦੀ ਹੈ, ਸਗੋਂ ਸੁਖਦਾਈ ਵੀ ਬਣਾਉਂਦੀ ਹੈ। ਉਹ ਕੀ? ਪਿਆਰ। ਜਿਸ ਹਿਰਦੇ ਪਾਸ ਪਿਆਰ ਦੇ ਖੰਭ ਹੋਣ, ਉਹ ਬੋਝਲ ਤੋਂ ਬੋਝਲ ਚੀਜ਼ ਨੂੰ ਵੀ ਤਿਤਲੀ ਵਾਂਗ ਉੱਡਣ ਦੀ ਸ਼ਕਤੀ ਪ੍ਰਦਾਨ ਕਰਦੇ ਹਨ। ਪਰ ਮੈਂ ਨਹੀਂ ਸਮਝੀ ਕਿ ਪਿਆਰ ਕੀ ਚੀਜ਼ ਹੁੰਦੀ ਏ। ਪਿਆਰ ਤਸ਼ਰੀਹ ਕਰਨ ਨਾਲ ਨਹੀਂ ਦੱਸਿਆ ਸਮਝਿਆ ਜਾ ਸਕਦਾ ਹੈ। ਹੋਰ ਕਿਵੇਂ? ਪਿਆਰ ਕਰਨ ਨਾਲ ਹੀ ਪਿਆਰ ਦੀ ਸਮਝ ਆ ਸਕਦੀ ਹੈ। ਸ਼ਾਇਦ ਤੁਸਾਂ ਹਜੇ ਤੱਕ ਪਿਆਰ ਨਹੀਂ ਕੀਤਾ। ਉਹ ਨਿਰਉੱਤਰ ਹੋ ਗਈ ਜਾਂ ਜਾਣ ਕੇ ਹੀ ਨਹੀਂ ਬੋਲੀ। ਸੁੰਦਰਦਾਸ ਫਿਰ ਬੋਲਿਆ, ਜੇ ਤੁਸਾਂ ਕਦੇ ਪਿਆਰ ਕੀਤਾ ਹੁੰਦਾ ਤਾਂ ਇਹ ਛੁਰੇ ਪਿਸਤੌਲ ਤੁਹਾਡੇ ਹੱਥੋਂ ਨਾ ਚੱਲ ਸਕਦੇ। ਜਿਨ੍ਹਾਂ ਛਾਤੀਆਂ ਵਿੱਚੋਂ ਲੋਕ ਇਹਨਾਂ ਨੂੰ ਪਾਰ ਕਰਦੇ ਹਨ, ਉਹਨਾਂ ਦੇ ਅੰਦਰ ਵੀ ਖਬਰੇ ਕੋਈ ਪਿਆਰ ਭਰਿਆ ਦਿਲ ਕਦੇ ਧੜਕ ਰਿਹਾ ਹੋਵੇਗਾ। ਕਿ ਇਸ ਗੱਲ ਦਾ ਕਦੇ ਤੁਸਾਂ ਲੋਕਾਂ ਖਿਆਲ ਕੀਤਾ ਹੈ? ਪੁਸ਼ਪਾ ਬੁੱਤ ਬਣੀ ਰਹੀ ਸੀ। ਉਸ ਪਾਸ ਇਸ ਦਾ ਸ਼ਾਇਦ ਉੱਤਰ ਨਹੀਂ ਸੀ, ਕਿਉਂਕਿ ਉਸ ਦਾ ਆਪਣਾ ਦਿਲ ਹੀ ਇਸ ਵੇਲੇ ਕਿਸੇ ਦੇ ਪਿਆਰ ਦੀ ਡੂੰਘਾਈ ਵਿੱਚ ਗਵਾਚਿਆ ਹੋਇਆ ਸੀ। ਗੱਲ ਦਾ ਰੁਖ ਪਲਟਦੀ ਹੋਈ ਬੋਲੀ, ਤਾਂ ਤੁਹਾਡਾ ਉਸ ਆਪਣੀ ਪ੍ਰੇਮਿਕਾ ਨਾਲ ਇੰਨਾ ਗੂੜਾ ਪਿਆਰ ਸੀ? ਕੀ ਦੱਸਾਂ ਮੇਰਾ ਉਸ ਨਾਲ ਕਿੰਨਾ ਕੁ ਪਿਆਰ ਸੀ। ਮੈਂ ਉਸ ਦੇ ਆਸਰੇ ਜਿਉਂਦਾ ਸਾਂ। ਉਸ ਦੀ ਬੇਵਫਾਈ ਨੇ ਮੇਰੀ ਜ਼ਿੰਦਗੀ ਇੱਕ ਤਰ੍ਹਾਂ ਨਾਲ ਖਤਮ ਕਰ ਦਿੱਤੀ ਹੈ। ਸ਼ਾਇਦ ਜੇ ਮੇਰੀ ਹੋਰ ਕੁਝ ਦਿਨ ਇਹੋ ਹਾਲਤ ਰਹੀ ਤਾਂ ਮੇਰੀ ਜ਼ਿੰਦਗੀ। ਪੁਸ਼ਪਾ ਨੇ ਉਸ ਦੀ ਗੱਲ ਪੂਰੀ ਨਾ ਹੋਣ ਦਿੱਤੀ, ਬੋਲੀ, ਹੈਂ, ਤੁਸੀਂ ਇਤਨੇ ਅਧੀਰ ਹੋ ਰਹੇ ਹੋ? ਮੁੜ ਕੇ ਜਾ ਪੁਸ਼ਪਾ ਨੇ ਉਸ ਨਾਲ ਗੱਲਾਂ ਦਾ ਸਿਲਸਿਲਾ ਜਾਰੀ ਕੀਤਾ ਤਾਂ ਉਸ ਦੀ ਆਵਾਜ਼ ਭਾਰੀ ਸੀ। ਉਹ ਦਿਲਾਸਾ ਦੇਣ ਦੇ ਢੰਗ ਵਿੱਚ ਬੋਲੀ, ਤੁਹਾਨੂੰ ਧੀਰਜ ਨਹੀਂ ਛੱਡਣਾ ਚਾਹੀਦਾ। ਤੁਹਾਡੇ ਵਰਗੇ ਨੌਜਵਾਨ ਲਈ ਹੋਰ ਲੜਕੀਆਂ ਦਾ ਘਾਟਾ ਹੈ। ਇੱਕ ਦਰ ਬੱਧਾ ਤੇ 100 ਦਰ ਖੁੱਲੇ। ਸੁੰਦਰਦਾਸ ਦੇ ਡੋਲ ਰਹੇ ਹਿਰਦੇ ਨੂੰ ਮਾਨੋ ਕਿਸੇ ਆਰਜੀ ਠੁਮਣੇ ਨੇ ਕੁਝ ਚਿਰ ਲਈ ਸ਼ਾਂਤ ਕਰ ਦਿੱਤਾ। ਉਹ ਬੋਲਿਆ, ਕਾਸ਼ ਮੈਂ ਉਸ ਦਾ ਖਿਆਲ ਦਿਲੋਂ ਦੂਰ ਕਰ ਸਕਦਾ।
ਤਾਂ ਕਿ ਉਸ ਦੀ ਬੇਵਫਾਈ ਤੋਂ ਤੁਹਾਨੂੰ ਕੋਈ ਸਬਕ ਨਹੀਂ ਮਿਲਿਆ ਕਿ ਇਹੋ ਕਿ ਜ਼ਿੰਦਗੀ ਵਿੱਚ ਕਿਸੇ ਲੜਕੀ ਦਾ ਭਰੋਸਾ ਨਾ ਕਰਾਂ। ਖਿਮਾ ਕਰਨਾ, ਇਹ ਤਾਂ ਇਸਤਰੀ ਜਾਤੀ ਨਾਲ ਤੁਹਾਡਾ ਬੜਾ ਭਾਰੀ ਨਿਆਂ ਹੈ। ਮੰਨਦਾ ਹਾਂ, ਪਰ ਜ਼ਿੰਦਗੀ ਦਾ ਤਜਰਬਾ ਮੈਨੂੰ ਇਹੋ ਕੁਝ ਸਿਖਾਉਂਦਾ ਹੈ ਕਿ 1 ਰੁਪਈਆ ਖੋਟਾ ਹੋਣ ਨਾਲ ਕਦੇ ਸਾਰੀ ਟਕਸਾਲ ਹੀ ਖੋਟੀ ਹੋ ਜਾਂਦੀ ਹੈ। ਸੁੰਦਰ ਦਾਸ ਕੁਝ ਨਾ ਬੋਲਿਆ। ਉਹ ਫਿਰ ਕਹਿਣ ਲੱਗੀ, ਅਚੰਭਾ ਨਹੀਂ ਜੇ ਤੁਹਾਨੂੰ ਕੋਈ ਵਫਾਦਾਰ ਲੜਕੀ ਪ੍ਰਾਪਤ ਹੋ ਜਾਵੇ, ਬਸ਼ਰਤੇ ਕਿ ਤੁਸੀਂ ਉਸ ਲਈ ਦਿਲ ਵਿੱਚ ਥਾਂ ਬਣਾ ਸਕੋ। ਸੁੰਦਰ ਦਾਸ ਨੇ ਵੀ ਦੁਨੀਆ ਵੇਖੀ ਹੋਈ ਸੀ। ਉਸ ਦਾ ਤਜਰਬਾ ਇੰਨਾ ਛੋਟਾ ਨਹੀਂ ਸੀ ਕਿ ਭਾਰਤ ਪੁੱਤਰੀ ਦੇ ਇਹਨਾਂ ਵਾਕਾਂ ਨੂੰ ਨਾ ਸਮਝ ਸਕਦਾ। ਭਾਵੇਂ ਉਸ ਦੀ ਸੁੰਦਰਤਾ ਤੇ ਸੁਗੜਤਾ ਦਾ ਲੋਹਾ ਮੰਨ ਚੁੱਕਾ ਸੀ, ਪਰ ਉਸ ਦੇ ਮਾਇਆ ਜਾਲ ਵਿੱਚ ਫਸਣ ਦੀ ਉਹਦੀ ਸੰਭਾਵਨਾ ਨਹੀਂ ਸੀ। ਆਪਣੇ ਸੰਜਮ ਤੇ ਦ੍ਰਿੜਤਾ ਉੱਤੇ ਉਹਨੂੰ ਪੂਰਾ ਵਿਸ਼ਵਾਸ ਸੀ। ਉਹਦੀ ਭਾਰਤ ਪੁੱਤਰੀ ਦੇ ਢੰਗ ਨੂੰ ਵੇਖ ਕੇ ਅਨੁਮਾਨ ਲਾ ਰਿਹਾ ਸੀ ਕਿ ਉਹ ਉਸ ਉੱਤੇ ਡੋਰੇ ਸੁੱਟ ਰਹੀ ਹੈ, ਆਪਣੇ ਹੁਸਨ ਦੇ ਜਾਦੂ ਵਿੱਚ ਉਸ ਨੂੰ ਫਸਾਉਣ ਦੇ ਢੰਗ ਵਰਤ ਰਹੀ ਸੀ। ਭਾਰਤ ਪੁੱਤਰੀ ਨੇ ਗੱਲਬਾਤ ਦਾ ਰੁਖ ਬਦਲਿਆ। ਅੱਛਾ, ਇਹਨਾਂ ਕਿੱਸਿਆਂ ਨੂੰ ਛੱਡੋ, ਮੈਂ ਪੋਲੀਟੀਕਲ ਨੁਕਤਾ ਨਿਗਾਹ ਨਾਲ ਤੁਹਾਡੇ ਉੱਤੇ ਕੁਝ ਪ੍ਰਸ਼ਨ ਕਰਨੇ ਚਾਹੁੰਦੀ ਹਾਂ। ਫਰਮਾਓ। ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਕਾਂਗਰਸ, ਜਿਸ ਦੇ ਤੁਸੀਂ ਸ਼ੈਦਾਈ ਬਣੇ ਹੋਏ ਹੋ, ਉਸ ਨੇ ਅੱਜ ਤੱਕ ਦੇਸ਼ ਦਾ ਕੀ ਸਵਾਰਿਆ ਹੈ, ਸਿਵਾਏ ਇਸ ਤੋਂ ਕਿ ਲੋਕਾਂ ਨੂੰ ਡਾਂਗਾ ਖਾਣ ਦੇ ਆਦੀ ਬਣਾ ਦਿੱਤਾ ਹੋਵੇ। ਕਾਂਗਰਸ ਉੱਤੇ ਇਸ ਕਿਸਮ ਦੀ ਟਿੱਪਣੀ ਸੁਣ ਕੇ ਸੁੰਦਰਦਾਸ ਅੱਖਾਂ ਤੇ ਦਿਲ ਅੱਗੋਂ ਸਾਰੀਆਂ ਕਲਪਤ ਤਸਵੀਰਾਂ ਦੂਰ ਹੋ ਗਈਆਂ। ਮਾਨੋ ਨੀਂਦਰ ਤੋਂ ਜਾਗ ਉੱਠਿਆ। ਉਸਨੇ ਕਿਹਾ, ਉੱਤਰ ਦੇਣ ਤੋਂ ਪਹਿਲਾਂ ਮੈਂ ਤੁਹਾਡੇ ਉੱਤੇ ਇੱਕ ਸਵਾਲ ਕਰਦਾ ਹਾਂ ਕਿ ਆਪ ਦੇ ਖਿਆਲ ਵਿੱਚ ਕਾਂਗਰਸ ਨੇ ਦੇਸ਼ ਦਾ ਕੀ ਨੁਕਸਾਨ ਕੀਤਾ ਹੈ, ਜਿਸ ਲਈ ਤੁਹਾਨੂੰ ਤੇ ਤੁਹਾਡੇ ਦਲ ਨੂੰ ਸੂਰਜ ਮੰਡਲ ਵੱਲ ਜਾਂਦੀ ਸੜਕ ਛੱਡ ਕੇ ਖਤਰਨਾਕ ਖੱਡਾਂ ਵਿੱਚੋਂ ਲੰਘਣ ਦੀ ਲੋੜ ਪਾਸੀ। ਮੰਨਦੀ ਹਾਂ ਕਿ ਸਾਡਾ ਰਸਤਾ ਖਤਰਨਾਕ ਹੈ, ਪਰ ਕਾਂਗਰਸ ਹੀ ਸਵਰਾਜ ਮੰਡਲ ਨੂੰ ਲੈ ਜਾਣ ਵਾਲੀ ਸਿੱਧੀ ਸੜਕ ਹੈ। ਇਹਨੂੰ ਤਾਂ ਕੋਈ ਵੀ ਅਕਲਮੰਦ ਪ੍ਰਵਾਨ ਨਹੀਂ ਕਰ ਸਕਦਾ। ਕਿਉਂ? ਇਸ ਲਈ ਕਿ ਕਾਂਗਰਸ ਜਿਸ ਚੀਜ਼ ਨੂੰ ਝੋਲੀ ਅੱਡ ਕੇ ਮਾਰ ਖਾ ਕੇ ਪ੍ਰਾਪਤ ਕਰਨਾ ਚਾਹੁੰਦੀ ਹੈ, ਅਸੀਂ ਉਸ ਚੀਜ਼ ਨੂੰ ਆਪਣਾ ਹੱਕ ਸਮਝ ਕੇ ਦੁਸ਼ਮਣ ਦੀ ਗਿੱਚੀ ਨੌ ਦੇ ਕੇ ਲੈਣਾ ਚਾਹੁੰਦੇ ਹਾਂ। ਸਵਰਾਜ ਅਜਿਹੀ ਚੀਜ਼ ਨਹੀਂ ਜਿਹੜੀ ਮੰਗਿਆ ਮਿਲ ਸਕੇ। ਮੰਗ ਕੇ ਕਾਂਗਰਸ ਵੀ ਨਹੀਂ ਲੈਣਾ ਚਾਹੁੰਦੀ, ਪਰ ਕਾਂਗਰਸ ਦਾ ਤੇ ਤੁਹਾਡਾ ਫਰਕ ਇਤਨਾ ਹੈ ਕਿ ਉਹ ਖੱਟਰ ਗਊ ਪਾਸੋਂ ਗਵਾਲਾ ਬਣ ਕੇ ਦੁੱਧ ਲੈਣਾ ਚਾਹੁੰਦੀ ਹੈ ਤੇ ਤੁਸੀਂ ਕਸਾਈ ਬਣ ਕੇ। ਪਰ ਜਾਣਦੇ ਹੋ, ਕਸਾਈ ਨੂੰ ਦੁੱਧ ਦੀ ਬਜਾਏ ਲਹੂ ਦੀ ਪ੍ਰਾਪਤੀ ਹੁੰਦੀ ਹੈ। ਇਸ ਸੰਬੰਧੀ ਲੰਬੀ ਬਹਿਸ ਵਿੱਚ ਨਾ ਪੈ ਕੇ ਮੈਂ ਤੁਹਾਥੋਂ ਇੱਕ ਮੋਟੀ ਜੀ ਗੱਲ ਪੁੱਛਣਾ ਚਾਹੁੰਦਾ ਹਾਂ। ਭਲਾ ਦੱਸੋ, ਦੇਸ਼ ਸੇਵਾ ਲਈ ਮਨੁੱਖ ਨੂੰ ਸਭ ਤੋਂ ਵੱਧ ਕਿਸ ਚੀਜ਼ ਦੀ ਲੋੜ ਹੁੰਦੀ ਹੈ? ਉਹ ਬੋਲੀ, ਆਤਮ ਬਲ ਦੀ। ਤੁਸੀਂ ਠੀਕ ਸਮਝਿਆ, ਪਰ ਕਿਰਪਾ ਕਰਕੇ ਵੀ ਦੱਸੋਗੇ ਕਿ ਆਦਮੀ ਨੂੰ ਆਤਮ ਬਲ ਕਿਕਨ ਪ੍ਰਾਪਤ ਹੋ ਸਕਦਾ ਹੈ? ਕੁਰਬਾਨੀ ਨਾਲ। ਖਿਮਾ ਕਰਨਾ ਭਾਰਤ ਪੁੱਤਰੀ ਜੀ, ਤੁਸੀਂ ਠੀਕ ਉੱਤਰ ਨਹੀਂ ਦੇ ਰਹੇ। ਕੁਰਬਾਨੀ ਆਤਮ ਬਲ ਤੋਂ ਪਹਿਲਾਂ ਦੀ ਚੀਜ਼ ਨਹੀਂ, ਮਗਰਲੀ ਚੀਜ਼ ਹੈ। ਜੇ ਆਤਮ ਬਲ ਹੀ ਨਹੀਂ ਹੋਵੇਗਾ ਤਾਂ ਤੁਸੀਂ ਕੁਰਬਾਨੀ ਕਿਵੇਂ ਕਰ ਸਕੋਗੇ? ਤੇ ਆਤਮ ਬਲ ਪੈਦਾ ਕਰਨ ਲਈ ਲੋੜ ਹੈ ਪਵਿੱਤਰ ਜੀਵਨ ਦੀ। ਤੁਸੀਂ ਠੀਕ ਕਿਹਾ, ਮੈਂ ਗਲਤੀ ਖਾ ਗਈ। ਹਾਂ, ਇਥੋਂ ਤੀਕ ਤੁਹਾਡਾ ਮਤ ਇੱਕ ਹੈ ਕਿ ਕੁਰਬਾਨੀ ਲਈ ਆਤਮ ਬਲ ਦੀ ਲੋੜ ਹੈ ਤੇ ਆਤਮ ਬਲ ਲਈ ਪਵਿੱਤਰ ਜੀਵਨ ਦੀ। ਕਿਉਂ? ਬਿਲਕੁਲ ਠੀਕ। ਤੇ ਜੀਵਨ ਨੂੰ ਪਵਿੱਤਰ ਬਣਾਉਣ ਲਈ ਕਿਸ ਚੀਜ਼ ਦੀ ਲੋੜ ਹੈ, ਜਾਣਦੇ ਹੋ? ਖਿਆਲਾਂ ਤੇ ਅਮਲਾਂ ਨੂੰ ਪਵਿੱਤਰ ਬਣਾਉਣ ਦੀ। ਇਹ ਵੀ ਤੁਸੀਂ ਠੀਕ ਸਮਝਿਆ। ਅੱਛਾ, ਹੁਣ ਇਹ ਦੱਸੋ ਕਿ ਜਿਸ ਆਦਮੀ ਨੂੰ ਸੱਚ ਬੋਲਣ ਦੀ ਖੁੱਲ੍ਹ ਨਹੀਂ, ਅੰਦਰੋਂ ਬਾਹਰੋਂ ਇੱਕ ਰਹਿਣਾ ਜਿਸ ਲਈ ਅਸੰਭਵ ਹੈ, ਜਿਸ ਨੂੰ ਕਦਮ ਕਦਮ ਤੇ ਚਲਾਕੀ, ਲੁਕਾਓ, ਫਰੇਬ ਕਰਨਾ ਪੈਂਦਾ ਹੈ, ਸਭ ਤੋਂ ਵੱਡੀ ਗੱਲ ਕਿ ਰੱਬ ਦੇ ਨਿਵਾਸ ਸਥਾਨ ਨੂੰ ਦਾਗਣ ਲਈ ਜਿਸ ਦੇ ਹੱਥ ਵਿੱਚ ਹਰ ਵੇਲੇ ਪਿਸਤੌਲ ਮੌਜੂਦ ਰਹਿੰਦਾ ਹੈ, ਕੀ ਤੁਸੀਂ ਦੱਸ ਸਕਦੇ ਹੋ ਕਿ ਉਸ ਆਦਮੀ ਦੇ ਖਿਆਲਾਤ ਜਾਂ ਅਮਲ ਪਵਿੱਤਰ ਰਹਿੰਦੇ ਹੋਣਗੇ? ਇਦੋਂ ਵੀ ਵੱਡੀ ਗੱਲ ਕਿ ਜਿਸ ਆਦਮੀ ਦੇ ਸਿਰ ਤੇ ਹਰ ਵੇਲੇ ਡਰ ਤੇ ਸਹਿਮ ਸਵਾਰ ਹੋਵੇ, ਉਸ ਦੇ ਖਿਆਲ ਜੇ ਉਹ ਚਾਹੇ ਤਾਂ ਵੀ ਪਵਿੱਤਰ ਨਹੀਂ ਰਹਿ ਸਕਦੇ। ਤੁਸੀਂ ਕਤਲ ਕਰਦੇ ਹੋ, ਭਾਵੇਂ ਦੁਸ਼ਮਣ ਸਮਝ ਕੇ ਹੀ, ਪਰ ਕੀ ਤੁਸੀਂ ਨਹੀਂ ਜਾਣਦੇ ਕਿ ਇਸ ਦਾ ਫਲਰੂਪ ਕਈਆਂ ਮਾਸੂਮਾਂ ਦੇ ਆਸਰੇ ਖੁੱਸ ਜਾਂਦੇ ਹਨ, ਕਈਆਂ ਸੁਹਾਗਵੰਤੀਆਂ ਦੇ ਸੁਹਾਗ ਲੁੱਟੇ ਜਾਂਦੇ ਹਨ, ਕਈਆਂ ਖਾਂਦਿਆਂ ਦੇ ਮੂੰਹ ਦੀ ਬੁਰਕੀ ਖੋਹੀ ਜਾਂਦੀ ਹੈ। ਕਿ ਉਹਨਾਂ ਦੀਆਂ ਆਹਾਂ ਅੱਗੇ ਤੁਹਾਡੇ ਖਿਆਲਾਂ ਦੀ ਪਵਿੱਤਰਤਾ ਜੇ ਕਿਤੇ ਹੋਵੇ ਵੀ ਤਾਂ ਠਹਿਰ ਸਕਦੀ ਹੈ? ਤੁਸੀਂ ਹਰ ਕੰਮ ਵਿੱਚ ਚੋਰੀ ਕਰਦੇ ਹੋ, ਹਰ ਇੱਕ ਤੋਂ ਲੁਕਾਓ ਕਰਦੇ ਹੋ। ਕੀ ਇਸ ਨਾਲ ਖਿਆਲਾਤ ਪਵਿੱਤਰ ਰਹਿ ਸਕਦੇ ਹਨ? ਤੁਹਾਡੀ ਪਾਰਟੀ ਦੇ ਨਿਯਮਾਂ ਅਨੁਸਾਰ ਵਿਸ਼ਵਾਸਘਾਤ ਕਰਨਾ ਸਭ ਤੋਂ ਵੱਡਾ ਗੁਨਾਹ ਹੈ, ਪਰ ਮੈਂ ਪੁੱਛਦਾ ਹਾਂ, ਤੁਹਾਡੇ ਵਿੱਚੋਂ ਕਿਹੜਾ ਹੈ ਜੋ ਵਿਸ਼ਵਾਸਘਾਤ ਨਹੀਂ ਕਰਦਾ? ਪਾਰਟੀ ਨਾਲ ਨਾ ਸਹੀ, ਘਰਦਿਆਂ ਨਾਲ ਸਹੀ, ਪਬਲਿਕ ਨਾਲ ਸਹੀ, ਜਿਨ੍ਹਾਂ ਤੋਂ ਤੁਹਾਨੂੰ ਸਭ ਕੁਝ ਲੁਕਾਉਣਾ ਪੈਂਦਾ ਹੈ। ਫਿਰ ਤੁਹਾਨੂੰ ਇਹ ਤਾਂ ਭਰੋਸਾ ਨਹੀਂ ਹੁੰਦਾ ਕਿ ਤੁਹਾਡੀ ਆਪਣੀ ਪਾਰਟੀ ਨਾਲ ਤੁਹਾਡੇ ਮੈਂਬਰ ਵਿਸ਼ਵਾਸਘਾਤ ਨਹੀਂ ਕਰਨਗੇ। ਇਸ ਦਾ ਸਬੂਤ ਇਹੋ ਕਾਫੀ ਹੈ ਕਿ ਤੁਹਾਡਾ ਆਪਣੇ ਕਿਸੇ ਮੈਂਬਰ ਉੱਤੇ ਭਰੋਸਾ ਨਹੀਂ ਹੁੰਦਾ। ਤੁਸੀਂ ਆਪੋ ਵਿੱਚ ਰਤੀ ਗੱਲ ਦਾ ਲੁਕਾਓ ਰੱਖਦੇ ਹੋ, ਆਪਣੇ ਹਰ ਇੱਕ ਮੈਂਬਰ ਉੱਤੇ ਸ਼ੱਕ ਭਰੀ ਨਿਗਰਾਨੀ ਰੱਖਦੇ ਹੋ।
ਜਿਸ ਦੇ ਸਬੂਤ ਲਈ ਤੁਹਾਡੀ ਆਪਣੀ ਹੀ ਮਿਸਾਲ ਕਾਫੀ ਹੈ। ਇਹ ਤੁਹਾਡਾ ਨਕਾਬ। ਫਿਰ ਵੀ ਤੁਹਾਡੇ ਵਿੱਚੋਂ ਹੀ ਕੋਈ ਨਾ ਕੋਈ ਉੱਠਦਾ ਹੈ ਜਿਹੜਾ ਲਾਲਚ ਜਾਂ ਡਰ ਵਿੱਚ ਫਸ ਕੇ ਮੁਖਬਰ ਬਣ ਕੇ ਤੁਹਾਡਾ ਸਾਰਾ ਭਾਂਡਾ ਭੰਨ ਦਿੰਦਾ ਹੈ। ਰਹਿੰਦੀ ਖੁੰਦੀ ਪੱਟੀ ਤੁਹਾਡੀ ਉਦੋਂ ਮੇਸ ਹੋ ਜਾਂਦੀ ਹੈ ਜਦੋਂ ਪੁਲਿਸ ਤੇ ਕਾਬੂ ਆਇਆ ਹੋਇਆ ਤੁਹਾਡਾ ਕੋਈ ਮੈਂਬਰ ਮਾਮੂਲੀ ਜਿਹੀ ਕੁੱਟਮਾਰ ਦੇ ਸਾਹਮਣੇ ਨਾ ਠਹਿਰ ਕੇ ਵਾਅਦਾ ਮੁਆਫ ਗਵਾਹ ਬਣ ਕੇ ਆਪਣੇ ਸਾਥੀਆਂ ਨੂੰ ਫਾਹੇ ਲਵਾਉਣ ਦਾ ਕਾਰਨ ਬਣਦਾ ਹੈ। ਜਿਹਾ ਕਿ ਅੱਜ ਤੱਕ ਬੇਉੜਕ ਵਾਰੀ ਹੋ ਚੁੱਕਾ ਹੈ ਤੇ ਤੁਹਾਡੀ ਹੀ ਪਾਰਟੀ ਵਿੱਚ ਲੋਕ ਅਖਬਾਰਾਂ ਵਿੱਚ ਮੈਂ ਪੜ੍ਹਦਾ ਰਹਿੰਦਾ ਹਾਂ। ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਮੈਂਬਰਾਂ ਵਿੱਚ ਇਹ ਕਮਜ਼ੋਰੀਆਂ ਕਿਉਂ ਆ ਜਾਂਦੀਆਂ ਹਨ? ਇਸ ਕਰਕੇ ਕਿ ਉਹਨਾਂ ਵਿੱਚੋਂ ਬਹੁਤਿਆਂ ਪਾਸ ਨਾ ਆਤਮ-ਬਲ ਹੁੰਦਾ ਹੈ ਤੇ ਨਾ ਹੀ ਖਿਆਲਾਂ ਦੀ ਪਵਿੱਤਰਤਾ। ਦੇਸ਼ ਭਗਤੀ ਦਾ ਜਜ਼ਬਾ ਜ਼ਰੂਰ ਹੁੰਦਾ ਹੈ ਤੇ ਬੜਾ ਜ਼ਬਰਦਸਤ, ਪਰ ਆਤਮ-ਬਲ ਦੀ ਥੁੜ ਕਰਕੇ ਉਹਦੀ ਵਰਤੋਂ ਉਲਟੀ-ਪੁਲਟੀ ਹੋ ਜਾਂਦੀ ਹੈ। ਇਸ ਤੋਂ ਛੋਟੀ ਇੱਕ ਗੱਲ ਹੋਰ ਵੀ ਹੈ ਕਿ ਤੁਹਾਡੀਆਂ ਪਾਰਟੀਆਂ ਬਿਲਕੁਲ ਕੱਚੀ ਤੰਦ ਨਾਲ ਲਟਕ ਰਹੀ ਚੀਜ਼ ਵਾਂਗ ਹੁੰਦੀਆਂ ਹਨ। ਇਹ ਤੁਹਾਡੇ ਹਰ ਇੱਕ ਮੈਂਬਰ ਦੇ ਹੱਥ ਵਿੱਚ ਹੈ ਕਿ ਉਹ ਅੱਖ ਜਾਂ ਉਂਗਲ ਦੇ ਇੱਕੋ ਇਸ਼ਾਰੇ ਨਾਲ ਤੁਹਾਡੇ ਵਿੱਚੋਂ ਕਈਆਂ ਦਾ ਘਾਣ ਬੱਚਾ ਪਿੜਵਾ ਦੇਵੇ। ਭਾਵੇਂ ਤੁਸੀਂ ਇਸ ਦੀ ਰੋਕਥਾਮ ਲਈ ਬਥੇਰੇ ਢੰਗ ਜਾਰੀ ਕਰ ਰੱਖੇ ਹਨ, ਪਰ ਤੁਹਾਨੂੰ ਕੋਈ ਭਰੋਸਾ ਨਹੀਂ ਕਿ ਅੱਜ ਦਾ ਜਿਹੜਾ ਸੂਰਜ ਚੜ੍ਹਿਆ ਹੈ ਇਸ ਦੇ ਡੁੱਬਣ ਤੱਕ ਤੁਹਾਡੀ ਬੇੜੀ ਤਰਦੀ ਰਹਿ ਸਕੇਗੀ। ਇਹ ਕਹਾਵਤ ਠੀਕ ਹੈ ਕਿ ਚੋਰ ਦੇ ਪੈਰ ਨਹੀਂ ਹੁੰਦੇ, ਕਿਉਂਕਿ ਤੁਹਾਡਾ ਸਾਰਾ ਕਾਰੋਬਾਰ ਵੀ ਚੋਰੀ ਦੇ ਪਰਦੇ ਵਿੱਚ ਹੁੰਦਾ ਹੈ। ਇਸੇ ਲਈ ਇਵੇਂ ਕਿਹਾ ਜਾ ਸਕਦਾ ਹੈ ਕਿ ਇਸ ਦੀਆਂ ਬੁਨਿਆਦਾਂ ਮਜ਼ਬੂਤ ਹਨ। ਇਸ ਦੇ ਸਬੂਤ ਲਈ ਇਹੋ ਦੱਸਣਾ ਕਾਫੀ ਹੋਵੇਗਾ ਕਿ ਸ਼ੁਰੂ ਤੋਂ ਲੈ ਕੇ ਅੱਜ ਤੱਕ ਤੁਹਾਡੀਆਂ ਬੇਉੜਕ ਪਾਰਟੀਆਂ ਬਣੀਆਂ ਤੇ ਪਾਣੀ ਦੇ ਬੁਲਬੁਲੇ ਵਾਂਗ ਮਿਟ ਗਈਆਂ। ਸਨ 14-15 ਦੀ ਗਦਰ ਲਹਿਰ ਕਿਉਂ ਫੇਲ ਹੋਈ? ਕਿਸ ਨੇ ਕਰਵਾਈ? ਇਸ ਵਿੱਚ ਸ਼ੱਕ ਨਹੀਂ ਕਿ ਉਹਨਾਂ ਲੋਕਾਂ ਦੀਆਂ ਕੁਰਬਾਨੀਆਂ ਜਾਇਆ ਨਹੀਂ ਹੋਈਆਂ, ਨਾ ਹੀ ਕਦੇ ਕੋਈ ਕੁਰਬਾਨੀ ਜਾਇਆ ਜਾ ਸਕਦੀ ਹੈ, ਭਾਵੇਂ ਉਹਦੀ ਬੁਨਿਆਦ ਠੀਕ ਹੋਵੇ ਜਾਂ ਗਲਤ। ਪਰ ਜੇ ਹਿਸਾਬ ਲਾਇਆ ਜਾਵੇ ਤਾਂ ਦੇਸ਼ ਨੂੰ ਇਹ ਸੌਦਾ ਬਹੁਤ ਮਹਿੰਗਾ ਪਿਆ ਹੈ। ਸਭ ਤੋਂ ਵੱਡੀ ਚੀਜ਼ ਜਿਹੜੀ ਤੁਹਾਡੇ ਮਨੋਰਥਾਂ ਨੂੰ ਅੱਜ ਤੱਕ ਅਸਫਲ ਬਣਾਉਂਦੀ ਆਈ ਹੈ ਉਹ ਹਿੰਸਾ। ਕੁਦਰਤ ਨੂੰ ਕਿਸੇ ਵੀ ਸ਼ਕਲ ਵਿੱਚ ਮਨਜ਼ੂਰ ਨਹੀਂ ਕਿ ਉਸ ਦੀ ਅਮੁੱਲ ਰਚਨਾ ਨੂੰ ਕਿਸੇ ਹਾਲਤ ਵਿੱਚ ਵੀ ਮਨੁੱਖ ਦੁਆਰਾ ਤੋੜ ਦਿੱਤਾ ਜਾਵੇ। ਜਿਸ ਵਿੱਚ ਜਿਵਾਉਣ ਦੀ ਕੁਦਰਤ ਨਹੀਂ, ਉਸ ਨੂੰ ਮਾਰਨ ਦਾ ਵੀ ਹੱਕ ਨਹੀਂ। ਤੁਸੀਂ ਮੇਰੇ ਇਸ ਖਿਆਲ ਦੇ ਵਿਰੋਧ ਵਿੱਚ ਰੂਸ, ਫਰਾਂਸ, ਇਟਲੀ ਆਦਿ ਦੀਆਂ ਮਿਸਾਲਾਂ ਦੇ ਸਕਦੇ ਹੋ, ਜਿੱਥੇ ਕਿ ਹਿੰਸਾ ਦੇ ਜ਼ੋਰ ਨਾਲ ਜਨਤਾ ਨੇ ਸ਼ਖਸੀ ਹਕੂਮਤਾਂ ਦੇ ਤਖਤੇ ਉਲਟਾ ਕੇ ਲੋਕ ਰਾਜ ਕਾਇਮ ਕਰ ਲਿਆ। ਪਰ ਮੈਨੂੰ ਇਸ ਦੇ ਉੱਤਰ ਵਿੱਚ ਇਤਨਾ ਹੀ ਕਹਿਣਾ ਚਾਹੀਦਾ ਹੈ ਕਿ ਗਲਤੀ ਆਖਰ ਗਲਤੀ ਹੀ ਹੈ, ਭਾਵੇਂ ਸਾਰਾ ਜ਼ਮਾਨਾ ਵੀ ਉਸ ਦੇ ਹੱਕ ਵਿੱਚ ਹੋਵੇ, ਭਾਵੇਂ ਕਈ ਵੇਰਾਂ ਉਸ ਦੇ ਸਫਲ ਨਤੀਜੇ ਨਿਕਲ ਆਉਣ। ਮੰਨਦਾ ਹਾਂ ਕਿ ਮਕਾਨ ਦੀ ਉੱਪਰਲੀ ਮੰਜ਼ਲ ਤੇ ਪਹੁੰਚਣ ਲਈ ਕੰਧ ਟੱਪ ਕੇ ਵੀ ਆਦਮੀ ਜਾ ਸਕਦਾ ਹੈ, ਪਰ ਇਸ ਵਿੱਚ ਵੀ ਤਾਂ ਮੁਮਕਿਨ ਹੈ ਕਿ ਛਾਲ ਮਾਰ ਕੇ ਕੋਠੇ ਤੇ ਚੜਨ ਵਾਲੇ ਨੂੰ ਸਿਰ ਪਰਨੇ ਮੁੜ ਪੁੰਜੇ ਹੀ ਡਿੱਗਣਾ ਪਵੇ। ਜੇ 100 ਵਿੱਚੋਂ ਇੱਕ ਪਹੁੰਚ ਵੀ ਗਿਆ ਤੇ ਇਸ ਨੂੰ ਅਸਲੀ ਅਰਥਾਂ ਵਿੱਚ ਕਾਮਯਾਬੀ ਕਹਿਣਾ ਭੁੱਲ ਹੈ। ਲਹੂ ਦੀਆਂ ਨਦੀਆਂ ਵਹਾ ਕੇ ਪ੍ਰਾਪਤ ਕੀਤੀ ਹਕੂਮਤ ਗੈਰ ਕੁਦਰਤੀ ਤੇ ਅਨਿਆਏ ਭਰੀ ਹੋਵੇਗੀ। ਕੰਧ ਟੱਪ ਕੇ ਚੜਨਾ ਚੋਰੀ ਹੀ ਕਹਾਵੇਗੀ। ਕਾਂਗਰਸ ਦਾ ਤੇ ਤੁਹਾਡਾ ਇੰਨਾ ਹੀ ਫਰਕ ਹੈ ਕਿ ਤੁਸੀਂ ਆਜ਼ਾਦੀ ਦੀ ਮੰਜ਼ਲ ਉੱਤੇ ਲੁਕਵੇਂ ਢੰਗ ਨਾਲ ਚੜ੍ਹਨਾ ਚਾਹੁੰਦੇ ਹੋ, ਪਰ ਕਾਂਗਰਸ ਚਾਹੁੰਦੀ ਹੈ ਪ੍ਰਗਟ ਰੂਪ ਵਿੱਚ ਅਤੇ ਪੌੜੀ-ਪੌੜੀ ਚੜ੍ਹਨਾ। ਪੌੜੀਆਂ ਚੜ੍ਹਨ ਵਾਲੇ ਨੂੰ ਨਾ ਚੌਕੀਦਾਰ ਦਾ ਡਰ ਹੈ ਤੇ ਨਾ ਹੀ ਡਿੱਗਣ ਦਾ ਖਤਰਾ, ਪਰ ਦੂਸਰੇ ਨੂੰ ਦੋਵੇਂ ਖਤਰੇ ਹਨ। ਹੁਣ ਲਓ ਤੁਹਾਡੇ ਉਸ ਪ੍ਰਸ਼ਨ ਦਾ ਉੱਤਰ ਕਿ ਕਾਂਗਰਸ ਨੇ ਦੇਸ਼ ਦਾ ਅੱਜ ਤੱਕ ਕੀ ਸਵਾਰਿਆ ਹੈ। ਅੱਧੀ ਸਦੀ ਤੋਂ ਵੀ ਘੱਟ ਸਮੇਂ ਵਿੱਚ ਕਾਂਗਰਸ ਨੇ ਦੇਸ਼ ਦੇ ਇੱਕ ਸਿਰੇ ਤੋਂ ਦੂਜੇ ਤੱਕ ਜਾਗਰਤੀ ਦੀ ਲਹਿਰ ਚਲਾ ਦਿੱਤੀ ਹੈ। ਦੇਸ਼ ਦਾ ਬੱਚਾ ਅੱਜ ਗੁਲਾਮੀ ਤੇ ਆਜ਼ਾਦੀ ਦੇ ਫਰਕ ਨੂੰ ਸਮਝ ਗਿਆ ਹੈ। ਭਾਰਤ ਦੇ 35 ਕਰੋੜ ਵਾਸੀ ਜਿਹੜੇ ਅੱਜ ਤੋਂ ਕੁਝ ਸਮਾਂ ਪਹਿਲਾਂ ਖੁਦ ਹੀ ਆਪਣੇ ਆਪ ਨੂੰ ਗੁਲਾਮ ਤੇ ਕਾਲਾ ਕੁਲੀ ਅਖਵਾਨ ਵਿੱਚ ਫਖਰ ਸਮਝਦੇ ਸਨ, ਅੱਜ ਦੇਸ਼ ਦੀ ਹਾਲਤ ਨੂੰ ਅਨੁਭਵ ਕਰਕੇ ਤੜਫ ਉੱਠੇ ਹਨ। ਅੱਜ ਹਰ ਹਿੰਦੂ ਦੇ ਦਿਲ ਵਿੱਚ ਆਜ਼ਾਦੀ ਲਈ ਤੜਫ ਤੇ ਗੁਲਾਮੀ ਲਈ ਨਫ਼ਰਤ ਦੇ ਹੜ੍ਹ ਵਗ ਤੁਰੇ ਹਨ ਤੇ ਉਹ ਸਮਾਂ ਦੂਰ ਨਹੀਂ ਜਦ ਭਾਰਤ ਉੱਤੇ ਭਾਰਤੀਆਂ ਦਾ ਰਾਜ ਹੋਵੇਗਾ। ਕਿ ਇਸ ਦੇ ਟਾਕਰੇ ਤੇ ਤੁਸੀਂ ਦੱਸ ਸਕਦੇ ਹੋ ਕਿ ਕ੍ਰਾਂਤੀਕਾਰੀ ਲਹਿਰ ਨੇ ਦੇਸ਼ ਦਾ ਅੱਜ ਤੱਕ ਕੀ ਸਵਾਰਿਆ ਹੈ? ਮੈਨੂੰ ਖਿਆਲ ਕਰਕੇ ਦੁੱਖ ਹੁੰਦਾ ਹੈ ਕਿ ਤੁਹਾਡੀ ਇਸ ਲਹਿਰ ਨੇ ਸਾਡੇ ਦੇਸ਼ ਦੇ ਬੇਉੜਕ ਐਸੇ ਹੀਰੇ ਸਾਥੋਂ ਖੋਹ ਲਏ ਹਨ ਜਿਨ੍ਹਾਂ ਦੀ ਜਾਤ ਉੱਤੇ ਸਾਨੂੰ ਮਾਣ ਸੀ, ਜਿਨ੍ਹਾਂ ਨੇ ਦੇਸ਼ ਦਾ ਬੇੜਾ ਬੰਨੇ ਲਾਉਣ ਲਈ ਮਲਾਹ ਬਣਨਾ ਸੀ। ਭਗਤ ਸਿੰਘ ਤੇ ਉਸਦੇ ਅਨੇਕਾਂ ਸਾਥੀ ਜਿਨ੍ਹਾਂ ਨੇ ਸੱਚੇ ਅਰਥਾਂ ਵਿੱਚ ਇਸ ਬੇੜੇ ਦੇ ਮਲਾਹ ਬਣਨਾ ਸੀ, ਅੱਜ ਡੱਕੇ ਪਏ ਨੇ। ਇਹਨਾਂ ਕਹਿ ਕੇ ਸੁੰਦਰਦਾਸ ਨੇ ਇੱਕ ਵਾਰੀ ਧਿਆਨ ਨਾਲ ਭਾਰਤ ਪੁੱਤਰੀ ਵੱਲ ਤੱਕਿਆ। ਨਕਾਬ ਹੇਠ ਲੁਕੇ ਹੋਏ ਉਸਦੇ ਚਿਹਰੇ ਨੂੰ ਭਾਵੇਂ ਉਹ ਨਹੀਂ ਸੀ ਵੇਖ ਸਕਦਾ, ਪਰ ਉਸਦੇ ਟਿਕਾਓ ਤੋਂ ਸਾਫ਼ ਦਿਸਦਾ ਸੀ ਕਿ ਭਾਰਤ ਪੁੱਤਰੀ ਇਸ ਵੇਲੇ ਕਿਸੇ ਗੰਭੀਰ ਸੋਚ ਵਿੱਚ ਹੈ। ਥੋੜਾ ਚਿਰ ਠਹਿਰ ਕੇ ਤੇ ਭਾਰਤ ਪੁੱਤਰੀ ਨੂੰ ਚੁੱਪ ਵੇਖ ਕੇ ਉਹ ਫਿਰ ਬੋਲਿਆ, ਕੀ ਤੁਸੀਂ ਕਹਿ ਸਕਦੇ ਹੋ ਕਿ ਮੈਂ ਆਪਣੇ ਕਥਨ ਵਿੱਚ ਅਤਕਥਨੀ ਵਰਤੀ ਹੈ?
ਅਥਕਥਨੀ ਤਾਂ ਤੁਸਾਂ ਨਹੀਂ ਵਰਤੀ, ਪਰ ਇੰਨਾ ਜ਼ਰੂਰ ਹੈ ਕਿ ਸਾਡੇ ਕੰਮਾਂ ਨੂੰ ਤੁਸਾਂ ਹਨੇਰੇ ਪਹਿਲੂ ਵਿੱਚ ਵੇਖਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਬੜੀ ਖੁਸ਼ੀ ਹੋਵੇਗੀ ਜੇ ਤੁਸੀਂ ਮੇਰੀ ਭੁੱਲ ਸਮਝਾਉਣ ਦੀ ਖੇਚਲ ਕਰੋ। ਕੀ ਤੁਹਾਡੇ ਖਿਆਲ ਵਿੱਚ ਸਾਡੇ ਕੀਤੇ ਕੰਮਾਂ ਦਾ ਦੇਸ਼ ਨੂੰ ਕੋਈ ਲਾਭ ਨਹੀਂ ਪੁੱਜਾ? ਮੇਰਾ ਇਹੋ ਖਿਆਲ ਹੈ, ਤੁਹਾਡੇ ਕੰਮਾਂ ਦਾ ਦੇਸ਼ ਨੂੰ ਉਨਾ ਲਾਭ ਨਹੀਂ ਪੁੱਜਾ ਜਿੰਨੇ ਦੀ ਤੁਹਾਨੂੰ ਆਸ ਸੀ ਜਾਂ ਜਿੰਨੀ ਤੁਸਾਂ ਕੀਮਤ ਦਿੱਤੀ। ਪਰ ਮੈਂ ਅਰਜ਼ ਕਰ ਚੁੱਕਾ ਹਾਂ ਕਿ ਤੁਹਾਡੇ ਨੌਜਵਾਨਾਂ ਦੀਆਂ ਕੁਰਬਾਨੀਆਂ ਨੇ ਦੇਸ਼ ਹਲੂਣ ਜ਼ਰੂਰ ਦਿੱਤਾ ਹੈ। ਕੰਮ ਤੇ ਕੁਰਬਾਨੀ ਵਿੱਚ ਤੁਸੀਂ ਫਰਕ ਸਮਝਦੇ ਹੋ? ਬੜਾ ਭਾਰੀ। ਫਰਮਾਓ। ਮਿਸਾਲ ਦੇ ਤੌਰ ਤੇ ਇੱਕ ਘਰ ਵਿੱਚ ਡਾਕੂ ਆ ਵੜੇ ਹਨ। ਡਾਕੂ ਹਥਿਆਰਬੰਦ ਤੇ ਬਹੁਤ ਗਿਣਤੀ ਵਿੱਚ ਹਨ, ਪਰ ਪਹਿਰੇਦਾਰ ਨੇ ਹੱਥਾਂ ਤੇ ਇਕੱਲਾ ਹੈ। ਉਹ ਬਿਨਾਂ ਸੋਚੇ ਸਮਝੇ ਡਾਕੂਆਂ ਦੇ ਮੁਕਾਬਲੇ ਲਈ ਡਟ ਜਾਂਦਾ ਹੈ ਤੇ ਪਹਿਲੇ ਹੱਲੇ ਹੀ ਮਾਰਿਆ ਜਾਂਦਾ ਹੈ। ਡਾਕੂ ਉਸ ਦੀ ਲੋਥ ਨੂੰ ਬੇਪਰਵਾਹੀ ਨਾਲ ਇੱਕ ਪਾਸੇ ਸੁੱਟ ਕੇ ਘਰ ਨੂੰ ਲੁੱਟਣ ਵਿੱਚ ਲੱਗੇ ਰਹਿੰਦੇ ਹਨ। ਦੂਜੇ ਬੰਨੇ ਇੱਕ ਹੋਰ ਚੌਕੀਦਾਰ ਹੈ, ਜਿਹੜਾ ਬਜਾਏ ਡਾਢੇ ਡਾਕੂਆਂ ਨਾਲ ਸਿੱਧਾ ਮੱਥਾ ਡਾਉਣ ਦੇ ਸਾਰੇ ਪਿੰਡ ਦੇ ਸੁੱਤਿਆਂ ਨੂੰ ਜਗਾ ਦਿੰਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਪਿੰਡ ਨੂੰ ਜਾਗਿਆਂ ਵੇਖ ਕੇ ਡਾਕੂ ਸਾਰਾ ਮਾਲ ਮਤਾ ਛੱਡ ਕੇ ਭੱਜ ਜਾਂਦੇ ਹਨ। ਘਰ ਵੀ ਬਚ ਜਾਂਦਾ ਹੈ ਤੇ ਜਾਨਾਂ ਵੀ। ਸੋ ਇਹ ਹੈ ਕੰਮ ਤੇ ਕੁਰਬਾਨੀ ਦਾ ਫਰਕ। ਪਹਿਲੇ ਚੌਕੀਦਾਰ ਦੀ ਕੁਰਬਾਨੀ ਤੋਂ ਕੋਈ ਮੁਨੱਕਰ ਨਹੀਂ ਹੋ ਸਕਦਾ, ਕਿਉਂਕਿ ਉਸਨੇ ਘਰ ਬਚਾਉਣ ਲਈ ਆਪਣੀ ਜਾਨ ਦਿੱਤੀ। ਉਸ ਦੀ ਜ਼ਰੂਰ ਸ਼ੋਭਾ ਹੋਵੇਗੀ ਤੇ ਉਸ ਦੀ ਕੁਰਬਾਨੀ ਕਈਆਂ ਨੂੰ ਬੇਦਾਰ ਵੀ ਕਰੇਗੀ। ਪਰ ਜੇ ਇਸ ਨੂੰ ਕੰਮ ਦੇ ਅਰਥਾਂ ਵਿੱਚ ਲਿਆ ਜਾਵੇ ਤਾਂ ਕਹਿਣਾ ਪਵੇਗਾ ਕਿ ਉਸਨੇ ਸਿਆਣਪ ਤੋਂ ਕੰਮ ਨਹੀਂ ਲਿਆ। ਇਹ ਹੈ ਕੰਮ ਅਤੇ ਕੁਰਬਾਨੀ ਦਾ ਫਰਕ। ਭਾਰਤ ਪੁੱਤਰੀ ਬੋਲੀ, ਤਾਂ ਕਿ ਤੁਹਾਡੇ ਖਿਆਲ ਵਿੱਚ ਇਨਕਲਾਬੀ ਪਾਰਟੀਆਂ ਨੂੰ ਆਪਣੀਆਂ ਸਰਗਰਮੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ? ਜਿੱਥੋਂ ਤੱਕ ਇਨਕਲਾਬ ਦਾ ਵਾਸਤਾ ਹੈ, ਮੈਂ ਉਸ ਦੇ ਹੱਕ ਵਿੱਚ ਹਾਂ, ਪਰ ਕਿਸੇ ਇਨਕਲਾਬੀ ਪਾਰਟੀ ਦੇ ਹੱਥ ਵਿੱਚ ਦਹਿਸ਼ਤ ਦਾ ਹਥਿਆਰ ਨਹੀਂ ਹੋਣਾ ਚਾਹੀਦਾ। ਤੇ ਅਜਿਹੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ? ਉਹਨਾਂ ਲਈ ਦੋ ਹੀ ਤਰੀਕੇ ਹਨ। ਕਿਹੜੇ? ਇੱਕ ਤਾਂ ਅਹਿੰਸਾਵਾਦੀ ਹੋ ਕੇ ਦੇਸ਼ ਦੀ ਸੇਵਾ ਕਰਨੀ, ਦੂਜਾ ਮੈਦਾਨ ਤਿਆਰ ਕਰਨਾ। ਮੇਰੇ ਕਹਿਣ ਦਾ ਮਤਲਬ ਹੈ ਦੇਸ਼ ਵਿੱਚੋਂ ਬੇਕਾਰੀ, ਅਵਿਦਿਆ, ਫਿਰਕਾ ਪ੍ਰਸਤੀ ਤੇ ਗਰੀਬੀ ਦੂਰ ਕਰਨੀ। ਜੇ ਇਹਨਾਂ ਚੀਜ਼ਾਂ ਦਾ ਖੁਰਾ ਕੁਝ ਮਿਟਾ ਦਿੱਤਾ ਜਾਵੇ ਤਾਂ ਸਾਰਾ ਦੇਸ਼ ਆਜ਼ਾਦੀ ਦੇ ਆਦਰਸ਼ ਨੂੰ ਸਮਝਦਾ ਹੋਇਆ ਇੱਕਮਿਕ ਹੋ ਜਾਵੇਗਾ। ਬੇਕਾਰ ਆਦਮੀ ਕਈ ਤਰ੍ਹਾਂ ਦੇ ਮੁਜਰਮਾਨਾ ਕੰਮ ਕਰਕੇ ਦੇਸ਼ ਦੇ ਆਰਾਮ ਨੂੰ ਖਤਰੇ ਵਿੱਚ ਪਾਉਂਦੇ ਹਨ। ਅਨਪੜ੍ਹਾਂ ਦਾ ਕੋਈ ਅਸੂਲ ਨਹੀਂ ਹੁੰਦਾ। ਉਹਨਾਂ ਦੀ ਜ਼ਹਿਨੀਅਤ ਜਿਸ ਲਾਈ ਗੱਲੀ ਉਸੇ ਨਾਲ ਉੱਠ ਚੱਲੀ ਵਾਲੀ ਹੁੰਦੀ ਹੈ। ਫਿਰਕਾ ਪ੍ਰਸਤੀ ਦੇਸ਼ ਦੀ ਸਮਾਜਿਕ ਵਾਯੂਮੰਡਲ ਗੰਦਾ ਕਰਦੀ ਹੈ। ਗਰੀਬੀ ਲੋਕਾਂ ਦੀ ਜ਼ਮੀਰ ਨੂੰ ਮਾਰ ਦਿੰਦੀ ਹੈ ਤੇ ਉਹ ਪੇਟ ਲਈ ਗੈਰਾਂ ਦੇ ਗੁਲਾਮ ਬਣ ਕੇ ਆਪਣੇ ਭਰਾਵਾਂ ਉੱਤੇ ਜ਼ੁਲਮ ਕਰਦੇ ਹਨ। ਉੱਤਰ ਵਿੱਚ ਉਹ ਬੋਲੀ, ਖਿਮਾ ਕਰਨਾ, ਉਹ ਤਾਂ ਸੇਖਚਲੀ ਵਾਲੇ ਪੁਲਾਹ ਹੀ ਜਾਪਦੇ ਹਨ। ਕਿ ਤੁਸੀਂ ਇਹਨਾਂ ਖਿਆਲਾਂ ਨੂੰ ਅਮਲੀ ਤੌਰ ਤੇ ਵਰਤਣਾ ਵੀ ਜਾਣਦੇ ਹੋ? ਬਲਕਿ ਬਹੁਤ ਚਿਰ ਤੋਂ ਇਸੇ ਕੰਮ ਵਿੱਚ ਲੱਗਾ ਹੋਇਆ ਹਾਂ। ਇੱਕ ਲੰਮੇ ਅਰਸੇ ਤੋਂ ਮੈਂ ਆਪਣਾ ਇਹੋ ਨਿਸ਼ਾਨਾ ਬਣਾ ਲਿਆ ਹੋਇਆ ਹੈ। ਦਿੱਲੀ ਵਿੱਚ ਮੈਂ ਇਸੇ ਮਕਸਦ ਲਈ ਡੇਰਾ ਜਮਾਈ ਬੈਠਾ ਹਾਂ। ਬਹੁਤ ਸਮਾਂ ਦੂਰ ਨੇੜੇ ਦੇ ਪਿੰਡਾਂ ਵਿੱਚ ਹੀ ਬਿਤਾਉਂਦਾ ਹਾਂ। ਬਿਮਾਰਾਂ ਲਈ ਦਵਾਈ, ਅਨਪੜ੍ਹਾਂ ਲਈ ਵਿੱਦਿਆ, ਦੁਖੀਆਂ ਲਈ ਪਿਆਰ ਭਰਿਆ ਦਿਲ ਤੇ ਫਿਰਕੇ ਪ੍ਰਸਤਾਂ ਲਈ ਏਕਤਾ ਦਾ ਸੁਨੇਹਾ ਲੈ ਕੇ ਮੈਂ ਉਹਨਾਂ ਦੀਆਂ ਝੋਪੜੀਆਂ ਵਿੱਚ ਜਾਂਦਾ ਹਾਂ ਜਿਨ੍ਹਾਂ ਨੂੰ ਮੇਰੀ ਲੋੜ ਹੁੰਦੀ ਹੈ। ਪੁਸ਼ਪਾ ਬੋਲੀ, ਇਹ ਕੰਮ ਵੀ ਸੌਖਾ ਹੈ। ਨਾਲੇ ਸੈਰ ਸਪਾਟੇ ਕਰਦੇ ਰਹੋ, ਨਾਲੇ ਮੁਫਤ ਦੀ ਸ਼ੌਹਰਤ ਹਾਸਲ ਕਰ ਲਈ। ਪਰ ਇਸ ਦੇ ਟਾਕਰੇ ਤੇ ਸਾਡਾ ਕੰਮ ਹੈ ਤਲਵਾਰ ਦੀ ਧਾਰ ਤੇ ਨੱਚਣਾ। ਜਾਣ ਬੁੱਝ ਕੇ ਜਾਨ ਖਤਰੇ ਵਿੱਚ ਪਾਉਣੀ ਮੈਂ ਅਕਲਮੰਦੀ ਨਹੀਂ ਸਮਝਦਾ, ਪਰ ਜੇ ਕੰਮ ਕਰਦਿਆਂ ਜਾਨ ਖਤਰੇ ਵਿੱਚ ਪੈ ਹੀ ਜਾਵੇ ਤਾਂ ਪਿਛਾਂਹ ਹਟਣਾ ਵੀ ਮੈਂ ਕਾਇਰਤਾ ਸਮਝਦਾ ਹਾਂ। ਤਾਂ ਕਿ ਕਦੇ ਤੁਹਾਨੂੰ ਵੀ ਆਪਣੀ ਜਾਨ ਖਤਰੇ ਵਿੱਚ ਪਾਉਣੀ ਪਈ ਹੈ? ਹਾਂ, ਸਿਰਫ ਇੱਕ ਅੱਧੀ ਵਾਰੀ। ਕਿਸ ਤਰ੍ਹਾਂ? ਇੱਕ ਦਿਨ ਦਿੱਲੀ ਤੋਂ ਕੋਈ 15 ਮੀਲ ਦੂਰ ਦਾ ਸਫ਼ਰ ਕਰਕੇ ਮੈਂ ਮੁੜਿਆ ਆ ਰਿਹਾ ਸੀ। ਇੱਕ ਪਿੰਡ ਵਿੱਚ ਪਲੇਗ ਦੀ ਸ਼ਿਕਾਇਤ ਸੀ। ਉੱਥੋਂ ਦੇ ਕੁਝ ਬਿਮਾਰਾਂ ਦੀ ਦੇਖਭਾਲ ਕਰਕੇ ਜਦ ਮੈਂ ਅੱਧੀ ਰਾਤ ਵੇਲੇ ਕਿਸ਼ਤੀ ਵਿੱਚ ਸਵਾਰ ਹੋ ਕੇ ਜਮਨਾ ਦੇ ਪਾਰੋਂ ਆ ਰਿਹਾ ਸੀ ਤਾਂ ਰਸਤੇ ਵਿੱਚ ਨਦੀ ਦੇ ਕੰਢੇ ਇੱਕ ਖੰਡਰ ਪਾਸ ਮੇਰੇ ਨਾਲ ਇੱਕ ਘਟਨਾ ਵਾਪਰੀ ਸੀ। ਜਦ ਇੱਕ ਅਬਲਾ ਦੀ ਜਾਨ ਬਚਾਉਂਦਾ ਮੈਂ ਆਪ ਹੀ ਠੰਡ ਤੇ ਲਹਿਰਾਂ ਦਾ ਸ਼ਿਕਾਰ ਹੋ ਚੱਲਿਆ ਸੀ। ਇਸ ਤੋਂ ਬਾਅਦ ਸੁੰਦਰਦਾਸ ਨੇ ਮਨੋਰਮਾ ਨੂੰ ਨਦੀ ਤੋਂ ਬਚਾਉਣ ਦੀ ਸਾਰੀ ਵਾਰਤਾ ਉਹਨੂੰ ਵੇਰਵੇ ਨਾਲ ਸੁਣਾਈ। ਇਸ ਅੱਜ ਦੇ ਵਾਰਤਾਲਾਪ ਨੇ ਪੁਸ਼ਪਾ ਦੇ ਖਿਆਲ ਵਿੱਚ ਹਲਚਲੀ ਜੀ ਪੈਦਾ ਕਰ ਦਿੱਤੀ, ਪਰ ਹਜੇ ਤੀਕ ਉਹ ਆਪਣੇ ਗ੍ਰਹਿਣ ਕੀਤੇ ਰਸਤੇ ਨੂੰ ਗਲਤ ਨਹੀਂ ਸੀ ਸਮਝਦੀ ਕਿ ਉਹਨੂੰ ਛੱਡਣ ਲਈ ਤਿਆਰ ਹੋ ਜਾਵੇ। ਉਹਨੇ ਫਿਰ ਪੁੱਛਿਆ, ਅੱਛਾ ਸ਼੍ਰੀਮਾਨ ਜੀ, ਮੈਂ ਪੁੱਛਦੀ ਹਾਂ ਤੁਹਾਡੀ ਇਕੱਲੀ ਜੱਦੋ-ਜਹਿਦ ਨਾਲ ਦੇਸ਼ ਦਾ ਕੀ ਸੌਰ ਸਕਦਾ ਹੈ? ਇਸ ਇਕੱਲੀ ਜੱਦੋ-ਜਹਿਦ ਨੂੰ ਮੈਂ ਬਹੁਤ ਜਲਦੀ ਇੱਕ ਵੱਡੀ ਸੰਸਥਾ ਦੇ ਰੂਪ ਵਿੱਚ ਬਦਲਣਾ ਚਾਹੁੰਦਾ ਹਾਂ, ਪਰ ਹਾਲ ਦੀ ਘੜੀ ਮੇਰਾ ਸਾਰਾ ਉਤਸ਼ਾਹ, ਮੇਰੀਆਂ ਸਾਰੀਆਂ ਰੀਝਾਂ ਮਰੁੰਡੀਆਂ ਗਈਆਂ ਨੇ। ਫਿਰ ਵੀ ਉਮੀਦ ਕਰਦਾ ਹਾਂ ਕਿ ਮੈਂ ਆਪਣੇ ਆਪ ਨੂੰ ਛੇਤੀ ਹੀ ਸੰਭਾਲ ਲਵਾਂਗਾ ਤੇ ਆਪਣੇ ਕੰਮ ਵਿੱਚ ਜੁਟ ਜਾਵਾਂਗਾ। ਪੁਸ਼ਪਾ ਦੀ ਬੇਵਫਾਈ ਨੇ ਨਾ ਸਿਰਫ ਮੇਰਾ ਜੀਵਨ ਹੀ ਬੇਸਵਾਦ ਕਰ ਦਿੱਤਾ ਹੈ, ਬਲਕਿ ਮੇਰੇ ਆਦਰਸ਼ ਦੀਆਂ ਖੁਆਬਾਂ ਵੀ ਹਾਲ ਦੀ ਘੜੀ ਧੁੰਦਲੀਆਂ ਹੋ ਗਈਆਂ ਨੇ। ਮੈਨੂੰ ਇੱਕ ਸਾਥੀ ਦੀ ਲੋੜ ਸੀ ਤੇ ਉਹ ਸਾਥੀ ਮੈਨੂੰ ਪੁਸ਼ਪਾ ਦੇ ਰੂਪ ਵਿੱਚ ਹੀ ਲੱਭਾ ਸੀ। ਪਰ ਕੀ ਹੁਣ ਤੁਸੀਂ ਪੁਸ਼ਪਾ ਦੀ ਬੇਵਫਾਈ ਪਿੱਛੇ ਆਪਣਾ ਕੰਮ ਅਧੂਰਾ ਹੀ ਛੱਡ ਬਹੋਗੇ?
ਛੱਡ ਤਾਂ ਮੈਂ ਨਹੀਂ ਸਕਦਾ, ਪਰ ਮੇਰੇ ਉਤਸ਼ਾਹ ਦਾ ਲੱਕ ਹਾਲੇ ਟੁੱਟ ਗਿਆ ਹੈ। ਭਲਾ ਜੇ ਪੁਸ਼ਪਾ ਵਰਗੀ ਕੋਈ ਹੋਰ ਲੜਕੀ ਤੁਹਾਡੇ ਜੀਵਨ ਦੀ ਹਿੱਸੇਦਾਰ ਬਣਨਾ ਚਾਹੇ, ਇਹ ਅਸੰਭਵ ਹੈ। ਕਿਉਂ? ਇਸ ਲਈ ਕਿ ਸੁੰਦਰਦਾਸ ਦੇ ਹਿਰਦੇ ਵਿੱਚ ਹੋਰ ਕਿਸੇ ਲਈ ਥਾਂ ਹੀ ਬਾਕੀ ਨਹੀਂ। ਪੁਸ਼ਪਾ ਦੀ ਬੇਵਫਾਈ ਦੀ ਹਾਲਤ ਵਿੱਚ ਵੀ। ਪਹਿਲਾਂ ਜੇ ਇਹ ਹਿਰਦਾ ਉਸਦੇ ਪ੍ਰੇਮ ਨਾਲ ਭਰਿਆ ਹੋਇਆ ਸੀ ਤਾਂ ਹੁਣ ਉਹਦੀ ਨਫ਼ਰਤ ਨਾਲ। ਜਿਸ ਤਰ੍ਹਾਂ ਮੈਂ ਉਹਦੇ ਪ੍ਰੇਮ ਨੂੰ ਦਿਲ ਚੋਂ ਨਹੀਂ ਸਾਂ ਕੱਢ ਸਕਦਾ, ਉਸੇ ਤਰ੍ਹਾਂ ਹੁਣ ਉਹਦੀ ਨਫ਼ਰਤ ਨੂੰ ਨਹੀਂ ਕੱਢ ਸਕਦਾ। ਇਸ ਨਫ਼ਰਤ ਵਿੱਚ ਵੀ ਇੱਕ ਯਾਦ ਹੈ ਤੇ ਇਸ ਯਾਦ ਵਿੱਚ ਵੀ ਇੱਕ ਸਵਾਦ। ਬਸ ਇਹ ਯਾਦ ਜੀਵਨ ਦੇ ਅੰਤ ਤੀਕ ਮੇਰੇ ਨਾਲ ਰਹੇਗੀ। ਭਾਰਤ ਪੁੱਤਰੀ ਨੂੰ ਖਾਮੋਸ਼ ਦੇਖ ਕੇ ਸੁੰਦਰਦਾਸ ਨੇ ਮਹਿਸੂਸ ਕੀਤਾ ਜਿਵੇਂ ਉਹ ਕਿਸੇ ਬਹੁਤ ਭਾਰੀ ਸੰਘਰਸ਼ ਵਿੱਚ ਹੈ। ਇਸ ਦੇ ਨਾਲ ਹੀ ਉਸਨੂੰ ਇੱਕ ਹੋਰ ਚੀਜ਼ ਵੀ ਦਿਖਾਈ ਦਿੱਤੀ, ਇੱਕ ਦਬਮਾ ਜਿਹਾ ਹੌਂਕਾ। ਕਿਹੜੇ ਵਿਚਾਰਾਂ ਵਿੱਚ ਹੋ ਭਾਰਤ ਪੁੱਤਰੀ? ਕਾਫੀ ਨਿਸੰਗ ਭਾਵ ਨਾਲ ਉਸਨੇ ਪੁੱਛਿਆ, ਜਿਸ ਦੇ ਉੱਤਰ ਵਿੱਚ ਉਹ ਜਿਵੇਂ ਸੰਭਲ ਗਈ ਹੋਵੇ ਬੋਲੀ, ਤੁਸਾਂ ਬਾਰੇ ਮੈਂ ਜਿੰਨਾ ਕੁਝ ਸੁਣ ਚੁੱਕੀ ਸਾਂ ਉਦੋਂ ਵੀ ਕਿਤੇ ਜ਼ਿਆਦਾ ਵੇਖ ਰਹੀ ਹਾਂ ਅੱਜ ਤੁਹਾਨੂੰ। ਕੀ ਮਤਲਬ? ਇਹੋ ਕਿ ਤੁਸੀਂ ਬਹੁਤ ਉੱਚੇ ਦਰਜੇ ਦੇ ਪੋਲੀਟੀਸ਼ੀਅਨ ਹੋ ਤੇ ਉਦੋਂ ਵੀ ਵੱਧ ਕੇ ਵਿਦਵਾਨ। ਸੋਚਦੀ ਹਾਂ ਤੁਸਾਂ ਵਰਗੇ ਮਾਂਜੇ ਹੋਏ ਆਦਮੀ ਨਾਲ ਦਲੀਲਬਾਜ਼ੀ ਦੇ ਮੈਦਾਨ ਵਿੱਚ ਕੀ ਮੈਂ ਵਾਰੀ ਵਟਾ ਲੈ ਸਕਦੀ ਹਾਂ। ਤੁਸਾਂ ਮੇਰੇ ਵਿਚਾਰਾਂ ਵਿੱਚ ਹਲਚਲ ਜਿਹੀ ਪੈਦਾ ਕਰ ਦਿੱਤੀ ਹੈ। ਸੋਚਦੀ ਹਾਂ ਜੇ ਕਦੀ ਮੇਰੇ ਉਸਤਾਦ ਨੂੰ ਵੀ ਕਾਇਲ ਕਰ ਸਕੋ ਤਾਂ ਕਿ ਤੁਸੀਂ ਆਪਣੇ ਇਸ ਗਲਤ ਰਸਤੇ ਤੋਂ ਪਰਤ ਆਓਗੇ ਭਾਰਤ ਪੁੱਤਰੀ। ਓਹ, ਮੇਰੇ ਰਸਤੇ ਨੂੰ ਗਲਤ ਨਹੀਂ ਕਹਿ ਸਕਦੇ ਤੁਸੀਂ ਜਦ ਤੱਕ ਕਿ ਬਾਬਾ ਜੀ ਦੇ ਸਾਹਮਣੇ ਤੁਸੀਂ ਸਾਬਿਤ ਨਾ ਕਰ ਦਿਓ ਕਿ ਇਹ ਰਸਤਾ ਗਲਤ ਹੈ। ਮੇਰਾ ਵੀ ਇਹੋ ਮਤਲਬ ਹੈ ਕਿ ਜਿਸ ਬਾਬਾ ਜੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਭਲਾ ਜੇ ਉਹੀ ਮੇਰੇ ਵਿਚਾਰਾਂ ਨਾਲ ਸਹਿਮਤ ਹੋ ਜਾਣ, ਫਿਰ ਕੀ ਤੁਸੀਂ ਆਪਣੀ ਪਾਰਟੀ ਦਾ ਸਾਥ ਛੱਡ ਦਿਓਗੇ? ਬੇਸ਼ੱਕ ਐਸਾ ਕਰਨ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ, ਪਰ ਜੇ ਬਾਬਾ ਜੀ ਦੀਆਂ ਹੀ ਦਲੀਲਾਂ ਨੇ ਤੁਹਾਨੂੰ ਕਾਇਲ ਕਰ ਲਿਆ, ਫਿਰ ਮੈਂ ਗਾਂਧੀਵਾਦ ਨੂੰ ਤਿਆਗ ਕੇ ਤੁਹਾਡੀ ਪਾਰਟੀ ਵਿੱਚ ਸ਼ਾਮਲ ਹੋ ਜਾਵਾਂਗਾ। ਤਾਂ ਤੇ ਮਾਮਲਾ ਸਾਫ਼ ਹੀ ਹੈ। ਅੱਛਾ ਦੱਸੋ ਕਿਸ ਦਿਨ ਤੁਸੀਂ ਆਪਣੇ ਗੁਰੂਦੇਵ ਨਾਲ ਮੇਰੀ ਮੁਲਾਕਾਤ ਕਰਵਾ ਸਕਦੀ ਹੋ? ਮੈਂ ਜਲਦੀ ਹੀ ਦਿੱਲੀ ਜਾ ਰਿਹਾ ਹਾਂ। ਇਸ ਦਾ ਫੈਸਲਾ ਤਾਂ ਉਹਨਾਂ ਦੀ ਹੀ ਮਰਜ਼ੀ ਉੱਤੇ ਹੋਵੇਗਾ, ਪਰ ਮੈਂ ਆਪਣੇ ਵੱਲੋਂ ਛੇਤੀ ਤੋਂ ਛੇਤੀ ਕੋਸ਼ਿਸ਼ ਕਰਾਂਗੀ, ਸ਼ਾਇਦ ਕੱਲ੍ਹ ਜਾਂ ਪਰਸੋਂ ਤੱਕ ਹੀ। ਕੀ ਤੁਸੀਂ 1-2 ਦਿਨਾਂ ਲਈ ਦਿੱਲੀ ਜਾਣ ਦਾ ਪ੍ਰੋਗਰਾਮ ਮੁਲਤਵੀ ਨਹੀਂ ਕਰ ਸਕਦੇ? ਕੋਈ ਹਰਜ ਨਹੀਂ। ਸ਼ੁਕਰੀਆ। ਤੁਹਾਨੂੰ 2 ਦਿਨਾਂ ਤੋਂ ਵੱਧ ਨਹੀਂ ਰੁਕਣਾ ਪਵੇਗਾ ਜਿੱਥੋਂ ਤੱਕ ਮੇਰਾ ਖਿਆਲ ਹੈ। ਤੇ ਇਸ ਤੋਂ ਥੋੜੀ ਦੇਰ ਬਾਅਦ ਇਹ ਗੋਸ਼ਟੀ ਸਮਾਪਤ ਹੋਈ। ਧੰਨਵਾਦ।